ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਸ਼ਰਧਾ ਭਾਵਨਾ ਬੜੇ ਪਿਆਰ ਦੇ ਨਾਲ ਇਸ ਮੁਕੱਦਸ ਪ੍ਰਸਿੱਧ ਅਸਥਾਨ ਵਿਖੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਬੈਠ ਬਹੁਤ ਹੀ ਅਦਬ ਸਹਿਤ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ। ਖਿਮਾ ਦੀ ਜਾਚਨਾ ਸੰਗਤ ਕੋਲ ਔਰ ਪ੍ਰਬੰਧਕਾਂ ਕੋਲੋਂ ਦਾਸਤਾਨ ਜਦੋਂ ਤਾਲਮੇਲ ਨਹੀਂ ਆਪਣਾ ਬਣ ਸਕਿਆ, ਜਦੋਂ ਰਾਗੀ ਜੱਥਾ ਸਟੇਜ 'ਤੇ ਸੁਭਾਏਮਾਨ ਹੋਇਆ ਸੀ ਉਸ ਵਕਤ ਹੀ ਦਾਸ ਹਾਜ਼ਰ ਹੋ ਗਿਆ ਸੀ, ਸੋ ਖਿਮਾ ਕਰਨਾ। ਸੋ ਆਓ ਜਿਹੜਾ ਸਮਾਂ ਆਪਾਂ ਨੂੰ ਮਿਲਿਆ ਆਪਾਂ ਗੁਰੂ ਕੀ ਮਹਿਮਾ ਉਹਦੇ ਵਿੱਚ ਗੁਰੂ ਕੀ ਅਸੀਸ ਨੂੰ ਅਸੀਂ ਪ੍ਰਾਪਤ ਕਰਨਾ ਹੈ। ਸੋ ਆਓ ਸਭ ਤੋਂ ਪਹਿਲਾਂ ਬੁਲੰਦ ਆਵਾਜ਼ ਦੇ ਵਿੱਚ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਮਿਲ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਖਾਲਸਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਖਾਲਸਾ ਸ਼ਬਦ ਇਹ ਦੋ ਭਾਸ਼ਾਵਾਂ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਅਰਬੀ ਦੇ ਵਿੱਚ ਖਾਲਸਾ ਸ਼ਬਦ ਦਾ ਅਰਥ ਹੁੰਦਾ ਹੈ ਪਵਿੱਤਰ, ਸ਼ੁੱਧ, ਨਿਰਮਲ, ਬੇਦਾਗ। ਔਰ ਫਾਰਸੀ ਦੇ ਵਿੱਚ ਖਾਲਸਾ ਸ਼ਬਦ ਦਾ ਅਰਥ ਥੋੜ੍ਹਾ ਜਿਹਾ ਤਬਦੀਲ ਹੋ ਜਾਂਦਾ ਹੈ, ਜਿਹਦਾ ਅਰਥ ਬਣ ਜਾਂਦਾ ਹੈ ਆਜ਼ਾਦ, ਸੁਤੰਤਰ। ਅਕਬਰ ਦੇ ਦਰਬਾਰ ਦੇ ਵਿੱਚ ਇੱਕ ਉਹਦਾ ਬਾਦਸ਼ਾਹ ਸੀ ਟੋਡਰ ਮੱਲ। ਟੋਡਰ ਮੱਲ ਨੇ ਉਸ ਵੇਲੇ ਦੀ ਜ਼ਮੀਨ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਸੀ। ਆਪਾਂ ਦੇਖਦੇ ਹਾਂ ਜ਼ਮੀਨ ਦੇ ਕਈ ਰੂਪ ਹੁੰਦੇ ਨੇ। ਇੱਕ ਉਹ ਜ਼ਮੀਨ ਜਿੱਥੇ ਬਾਗ ਬਗੀਚੇ, ਰੁੱਖ, ਜੰਗਲ ਲੱਗੇ ਹੋਏ ਨੇ। ਕੋਈ ਜ਼ਮੀਨ ਐਸੀ ਹੁੰਦੀ ਹੈ ਜਿੱਥੇ ਕੋਈ ਫਸਲ ਨਹੀਂ ਹੁੰਦੀ, ਪਥਰੀਲੀ ਉਜਾੜ ਥਾਂ ਹੁੰਦੀ ਹੈ। ਇੱਕ ਉਹ ਜ਼ਮੀਨ ਹੁੰਦੀ ਹੈ ਜੋ ਮੁਜਾਰਿਆਂ ਨੂੰ ਦਿੱਤੀ ਹੁੰਦੀ ਹੈ ਵੀ ਤੂੰ ਇਹਦੇ 'ਤੇ ਕਾਸ਼ਤ ਕਰ, ਇੰਨਾ ਹਿੱਸਾ ਜਿਹੜਾ ਉਹ ਤੈਨੂੰ ਮਾਮਲੇ ਦੇ ਰੂਪ ਦੇ ਵਿੱਚ ਜਮ੍ਹਾਂ ਕਰਾਉਣਾ ਪਏਗਾ। ਜਪਜੀ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਕੇਤੀ ਦਾਤ ਜਾਣੈ ਕੌਣ ਕੂਤ। ਉਹ ਕੂਤ ਸ਼ਬਦ ਦਾ ਅਰਥ ਕੀ ਹੈ? ਜਦੋਂ ਰਜਵਾੜਾ ਸ਼ਾਹੀ ਸੀ ਤਾਂ ਉਸ ਸਰਕਾਰ ਦੇ ਕੁਝ ਅਹਿਲਕਾਰ ਆਉਂਦੇ ਸੀ, ਕਿਸਾਨ ਦੀ ਫਸਲ ਵੇਂਦੇ, ਮਿਣ ਕੇ ਕੁਝ ਹਿੱਸਾ ਫਸਲ ਕੱਟ ਲੈਂਦੇ ਸੀ। ਫਿਰ ਉਹਨੂੰ ਝਾੜਿਆ ਜਾਂਦਾ, ਉਹਨੂੰ ਤੋਲਿਆ ਜਾਂਦਾ ਵੀ ਇੰਨੇ ਕੁ ਹਿੱਸੇ ਦੇ ਵਿੱਚੋਂ ਇੰਨੀ ਉਪਜ ਹੋਈ ਆ, ਉਹਦੇ ਤੋਂ ਉਹਦੀ ਸਾਰੀ ਜਿੰਨੀ ਏਕੜ ਜ਼ਮੀਨ ਹੁੰਦੀ ਉਹਦਾ ਹਿਸਾਬ ਲਾ ਲਿਆ ਜਾਂਦਾ ਸੀ ਵੀ ਇਹਦੀ ਉਪਜ ਇੰਨੀ ਕੁ ਹੋਏਗੀ, ਅਤੇ ਉਹਨੂੰ ਦੱਸ ਦਿੱਤਾ ਜਾਂਦਾ ਸੀ ਵੀ ਇੰਨਾ ਹਿੱਸਾ ਜਿਹੜਾ ਤੂੰ ਉਹ ਸਰਕਾਰ ਦੇ ਕੋਲ ਜਮ੍ਹਾਂ ਕਰਾਏਗਾ। ਉਹ ਜਿਹੜੇ ਅੰਦਾਜ਼ਾ ਲਾਉਣ ਆਉਂਦੇ ਸੀ ਨਾ ਬੰਦੇ, ਉਹਨਾਂ ਨੂੰ ਕਿਹਾ ਜਾਂਦਾ ਸੀ ਕੂਤੀਏ। ਕੂਤ ਦਾ ਅਰਥ ਹੁੰਦਾ ਅੰਦਾਜ਼ਾ ਲਾਉਣਾ। ਕੇਤੀ ਦਾਤ ਜਾਣੈ ਕੌਣ ਕੂਤ, ਭਾਵ ਪਰਮਾਤਮਾ ਦੀ ਕਿੱਡੀ ਕੁ ਦਾਤ ਹੈ, ਇਹਨੂੰ ਕੌਣ ਅੰਦਾਜ਼ਾ ਲਾ ਕੇ ਦੱਸ ਸਕਦਾ। ਸੋ ਰਹੋ ਵਿਚਾਰ, ਇੱਕ ਜ਼ਮੀਨ ਉਹ ਹੁੰਦੀ ਸੀ ਜਿਹਦੇ 'ਤੇ ਕਿਸੇ ਜਗੀਰਦਾਰ ਦਾ, ਕਿਸੇ ਚੌਧਰੀ ਦਾ ਕੋਈ ਹਿੱਸਾ ਨਹੀਂ ਸੀ ਹੁੰਦਾ, ਉਹ ਸਿੱਧੀ ਰਾਜੇ ਦੇ ਅਧੀਨ ਹੁੰਦੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖਾਲਸੇ ਦਾ ਸੰਬੰਧ ਸਿੱਧਾ ਅਕਾਲ ਦੇ ਨਾਲ ਜੋੜ ਦਿੱਤਾ, ਅਕਾਲ ਪੁਰਖ ਦੇ ਨਾਲ। ਆਪਣੇ ਆਪ ਨੂੰ ਵੀ ਮਹਾਰਾਜ ਨੇ ਪਾਸੇ ਕਰ ਲਿਆ। ਅਸੀਂ ਫਤਿਹ ਬੁਲਾਈ ਹੈ ਨਾ, ਇਹਦੇ ਵਿੱਚ ਇਹੀ ਉਪਦੇਸ਼ ਹੈ ਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵੀ ਵਾਹਿਗੁਰੂ ਜੀ ਦਾ, ਫਤਿਹ ਵੀ ਵਾਹਿਗੁਰੂ ਜੀ ਦੀ ਹੈ। ਭਾਈ ਡੱਲੇ ਨੇ ਤਲਵੰਡੀ ਸਾਬੋ ਦੀ ਧਰਤੀ 'ਤੇ ਮਹਾਰਾਜ ਨੂੰ ਪੁੱਛਿਆ, ਜੀ ਇਹ ਤੁਸੀਂ ਕਹਿੰਦੇ ਹੋ ਵੀ ਵਾਹਿਗੁਰੂ ਜੀ ਕਾ ਖਾਲਸਾ, ਇਹ ਕੀ ਹੈ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇਹ ਇਸ ਤਰ੍ਹਾਂ ਨਹੀਂ ਵੀ ਜਿਵੇਂ ਡੱਲੇ ਦੀ ਹਵੇਲੀ, ਡੱਲੇ ਦਾ ਇਹ ਸਾਰਾ ਘਰ, ਕਹਿੰਦੇ ਇਹ ਇੱਦਾਂ ਨਹੀਂ, ਕਿਉਂਕਿ ਜਿਹੜਾ ਇਹ ਘਰ ਹੈ ਇਹ ਤਾਂ ਰਹੇਗਾ ਪਰ ਡੱਲੇ ਨੇ ਨਹੀਂ ਰਹਿਣਾ।
कहते ये वाहिगुरु जी का खालसा इउं है भी वाहिगुरु भी सदा अटल है तो खालसा भी सदा अटल ही है। गुरु गोबिंद सिंह महाराज के पावन वचनों के विच बड़े सुंदर बोल इतिहासक ग्रंथों में सांभे पे ने कि ये जद वचन सतगुर कारण करन सरबत संगत आद अंत मेरा खालसा। महाराज जी ने सारी संगत नूं अपना खालसा कह मान बख्शिया। सरबत संगत आद अंत मेरा खालसा, मानेगा हुक्म सो तो होवेगा सिख सही, ना मानेगा वचन सो तो होवेगा बेहालसा। पंचों की संगत तज, पंज विकारां दी गल है। तज दा अर्थ हुंदा छड्डना, ये वस्त तजी न जाई। पंचों की संगत तज, संगत सो प्रीत करे, दया ओ धर्म धारे त्यागे सब लालसा। हुक्का ना पीवे केस दाढ़ी ना मुंडावे, सो तो वाहिगुरु 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 जी का खालसा। महाराज जी कहते ये खालसा प्रगट्यो खालसा परमात्मा की मौज, खालसा अकाल पुरख की फौज। जे तां असीं ओपरी नज़रे ध्यान मारदे हां, असीं कहने कि गुरु गोबिंद सिंह महाराज जी ने खालसा साजिया, पर जे असीं थोड़ी जी गौर नाल विचार करिए, जिवें एक अदीब बड़े सोहणे वचन लिखदा, वो कहंदा सुना कुछ और था समझा कुछ और था, देखा जब करीब से उसका ज़हूर कुछ और था। गुरु गोबिंद सिंह महाराज जी दे साजे खालसे नूं ते गुरु साहिबानां दी करनी नूं जदों आपां वेखदे हां ते समझ आउंदी है कि खालसा साजना तां गुरु नानक देव जी ने आरंभ कर दिता सी। एक अंग्रेज प्रसिद्ध लिखारी लिखदा है कि जिहड़ी शमशीर गुरु गोबिंद सिंह महाराज जी दे हत्थ विच आनंदपुर दी धरती ते चमकी सी, सीस दी मंग कीती सी, ਉਹ शमशीर भावें गुरु गोबिंद सिंह जी के हत्थ विच सी, ਉਹਦਾ फौलाद गुरु नानक देव जी ने तैयार किया सी। गुरु नानक देव महाराज जी नूं जदों भाई मरदाना जी मिलते ने, भगत रत्नावली दे विच एक जिक्र आउंदा है कि गुरु नानक जी ने 3 गल्लां कहीआं भाई मरदाने नूं। पहली गल कि केस नहीं कटाउणे, अमृत वेले जाग सतनाम दा जाप करना, ये दूजा उपदेश। तीजा उपदेश आए गए अतिथि साध संगत की सेवा करनी। हुण केस जिहड़े है, जिवें आ देखो सोहनी इमारत बनी है, आप दे विचों बहुत सारे सज्जन बैठे होणगे गुरमुख प्यारे, जिन्हां ने इस उसारी दे विच हत्थीं सेवा कीती, सारा कारज वेखिया। ते पहला नक्शा तैयार हुंदा है, फिर नींह रखी जाती है, उसारी हुंदी है, इमारत तैयार हो जाती है, रंग रोगन करके उन्होंने ऐन सोहना मूँह मुहांदरा बना के प्रगट कर दिता जाता है। गुरु नानक देव जी ने नींह रखी। भाई गुरदास जी का वचन है ना, मारिया सिक्का जगत विच नानक निर्मल पंथ चलाया। एक होर वचन आउंदा, शब्द जिती सिद्ध मंडली की तोस अपना पंथ निराला। गुरु नानक देव जी ने नींह रख दी, बाकी गुरु साहिबाना ने अपना अपना योगदान पाया, उसारी की। गुरु हरराय साहब महाराज दे कोल नंद लालपुरी गलोटिया खुरद तो चल के आए। ये वीर हकीकत सिंह दे दादा जी सन। वीर हकीकत सिंह बंदा सिंह बहादुर दे नाल जिहड़े सिख फड़े गए सी ना 740, उन्हां दे विचों एक सी। ਉਹਦੀ माँ ने जिमें किमें सरकारे दरबारे कह कहा कि मेरा पुत सिख नहीं, ਉਹਨੂੰ ਛੱਡ ਦਿਓ। ਉਹ ਕਹਿੰਦੇ ठीक है ਛੱਡ ਦਿੰਨੇ ਆ, पर तेरा पुत कह दे मैं सिख नहीं। ਜਦੋਂ हकीकत सिंह ਨੂੰ ਪੁੱਛਿਆ ਗਿਆ, ਉਹ ਕਹਿੰਦਾ नहीं मैं ਤਾਂ सिख हाँ, ਇਹ ਬੀਬੀ ਨੂੰ ਕੋਈ ਭੁਲੇਖਾ ਲੱਗਿਆ, ਇਹ ਮੇਰੀ ਮਾਂ नहीं। ਜਿਹੜੀ ਮੈਨੂੰ ਕਹਿੰਦੀ ਆ ਵੀ ਇਹ ਸਿੱਖ ਨਹੀਂ, ਇਹ ਮੇਰੀ ਮਾਂ ਹੀ नहीं, मैं ਤਾਂ सिख हाँ। ਉਹਨੂੰ ਸ਼ਹੀਦ ਕਰ ਦਿੱਤਾ ਸੀ ਵੀਰ ਹਕੀਕਤ ਸਿੰਘ ਨੂੰ। ਉਹਦੇ ਦਾਦਾ ਜੀ ਨੰਦ ਲਾਲਪੁਰੀ ਉਹ ਆਏ 7ਵੇਂ ਪਾਤਸ਼ਾਹ ਮਹਾਰਾਜ ਦੇ ਹਜੂਰ। ਮਹਾਰਾਜ ਜੀ ਨੇ ਉਹਨਾਂ ਨੂੰ 3 ਗੱਲਾਂ ਕਹੀਆਂ। ਪਹਿਲੀ ਗੱਲ ਇਹੀ ਕਿ ਕੇਸ ਨਹੀਂ ਕਟਾਉਣੇ, ਦੂਜਾ ਤੰਬਾਕੂ ਨਹੀਂ ਪੀਣਾ, ਤੀਜਾ ਟੋਪੀ ਨਹੀਂ ਪਹਿਨਣੀ।
ਹੁਣ ਸਾਨੂੰ ਇਹਦੇ ਵਿੱਚੋਂ ਸੂਹ ਮਿਲਦੀ ਹੈ ਨਾ ਵੀ ਖਾਲਸਾ ਸਾਜਣ ਦਾ ਕੰਮ ਗੁਰੂ ਨਾਨਕ ਦੇਵ ਜੀ ਨੇ ਆਰੰਭ ਕਰ ਦਿੱਤਾ, ਬਾਕੀ ਗੁਰੂ ਸਾਹਿਬ ਇਹਦੇ ਵਿੱਚ ਯੋਗਦਾਨ ਪਾਉਂਦੇ ਰਹੇ। ਤੇ ਗੁਰੂ ਕਲਗੀਧਰ ਸੱਚੇ ਪਿਤਾ ਮਹਾਰਾਜ ਜੀ ਨੇ ਹੁਕਮਨਾਮੇ ਭੇਜੇ। ਹੁਕਮਨਾਮਾ, ਨਾਮਾ ਸ਼ਬਦ ਦਾ ਅਰਥ ਹੁੰਦਾ ਚਿੱਠੀ, ਜਿੱਦਾਂ ਆਪਾਂ ਪੜ੍ਹਦੇ ਹਾਂ ਫਤਿਹਨਾਮਾ, ਜ਼ਫਰਨਾਮਾ। ਤੇ ਅਸੀਂ ਜਦੋਂ ਮੁੱਖ ਵਾਕ ਲੈਂਦੇ ਹਾਂ ਉੱਥੇ ਵੀ ਭਾਵੇਂ ਇੱਕ ਸ਼ਬਦ ਪ੍ਰਚਲਿਤ ਹੋਇਆ, ਅਸੀਂ ਕਹਿੰਦੇ ਵੀ ਹੁਕਮਨਾਮਾ ਲੈਣਾ, ਅਸਲ ਵਿੱਚ ਉੱਥੇ ਸ਼ਬਦ ਮੁੱਖ ਵਾਕ ਹੈ। ਨਾਮਾ ਹੁਕਮਨਾਮਾ ਉਦੋਂ ਬਣਦਾ ਚਿੱਠੀ ਤੇ ਲਿਖ ਦਿੱਤਾ ਜਾਂਦਾ, ਹੁਕਮਨਾਮਾ ਹੁਕਮ ਦੀ ਚਿੱਠੀ। ਗੁਰੂ ਮਹਾਰਾਜ ਜੀ ਨੇ ਹੁਕਮਨਾਮੇ ਭੇਜੇ ਕਿ 30 ਮਾਰਚ 1699 ਨੂੰ ਆਨੰਦਪੁਰ ਦੀ ਧਰਤੀ ਤੇ ਇਕੱਤਰ ਹੋਵੋ। 80,000 ਦਾ ਇਕੱਠ ਹੋਇਆ ਆਨੰਦਪੁਰ ਦੀ ਧਰਤੀ ਤੇ। ਬਹੁਤ ਵੱਡਾ ਕਾਬਲੀ ਤੰਬੂ, 8 ਦਰਵਾਜ਼ਿਆਂ ਵਾਲਾ ਤੰਬੂ ਲੱਗਿਆ। ਦੇਖੋ, ਸਿੱਖ ਕਿਤੇ ਵੀ ਹੋਵੇ, ਘਰ ਬੈਠਾ ਹੋਵੇ, ਦੁਕਾਨ ਤੇ ਹੋਵੇ, ਸਫ਼ਰ ਕਰਦਾ ਹੋਵੇ, ਮਹਾਰਾਜ ਕਹਿੰਦੇ ਪੰਚਾਂ ਕਾ ਗੁਰ ਏਕ ਧਿਆਨ। ਸਿੱਖ ਦਾ ਧਿਆਨ ਗੁਰੂ ਵੱਲ ਹੁੰਦਾ ਹੈ। ਇੱਕ ਸਿੱਖ ਕਾਬਲ ਦੀ ਧਰਤੀ ਤੋਂ ਲੰਘ ਰਿਹਾ, ਕੁਝ ਕਾਰੀਗਰ ਲੱਗੇ ਹੋਏ, ਉਹ ਪੁੱਛਦਾ ਸਿੱਖ ਇਹ ਕੀ ਬਣਾ ਰਹੇ ਹੋ? ਕਹਿੰਦੇ ਇਹ ਸਮਿਆਨਾ ਬਣ ਰਿਹਾ, ਤੰਬੂ ਬਣ ਰਿਹਾ। ਕਿਹਦੇ ਵਾਸਤੇ? ਕਹਿੰਦੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੇ ਵਾਸਤੇ। ਇਹਦੇ ਵਿੱਚ ਬੈਠ ਕੇ ਔਰੰਗਜ਼ੇਬ ਦਰਬਾਰ ਸਜਾਇਆ ਕਰੇਗਾ। ਇਹਦੇ ਤੇ ਕਿੰਨਾ ਕੁ ਖਰਚ ਆਏਗਾ? ਕਹਿੰਦੇ 2 ਲੱਖ ਰੁਪਈਆ। ਉਹ ਕਹਿੰਦਾ ਇੱਕ ਤੰਬੂ ਹੋਰ ਤਿਆਰ ਕਰੋ, ਇਹਦੇ ਤੋਂ ਵੀ ਵਧੀਆ 2.5 ਲੱਖ ਰੁਪਈਆ ਖਰਚ ਆਇਆ। ਸੋਹਣਾ ਤੰਬੂ ਬਣਾ ਕੇ ਉਹ ਆਨੰਦਪੁਰ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਭੇਜਿਆ ਸੀ। 8 ਦਰਵਾਜ਼ੇ ਉਹਦੇ, ਕਾਬਲੀ ਸਮਿਆਨਾ, ਕਾਬਲੀ ਤੰਬੂ ਲੱਗਿਆ ਹੋਇਆ, ਬਹੁਤ ਵੱਡੀ ਪੱਧਰ ਵਿੱਚ ਸੰਗਤਾਂ ਬੈਠੀਆਂ, ਗੁਰੂ ਦਾ ਦਰਬਾਰ ਸਜਿਆ। ਇੱਕ ਉਹਦੀ ਨੁੱਕਰ 'ਚ ਛੋਟਾ ਜਿਹਾ ਤੰਬੂ ਹੋਰ ਲਾਇਆ। ਗੁਰੂ ਮਹਾਰਾਜ ਸਾਹਮਣੇ ਆਏ ਤੇ ਆਪਣੀ ਸ਼ਮਸ਼ੀਰ ਲਹਿਰਾ ਕੇ ਕਹਿਣ ਲੱਗੇ ਕਿ ਸਿਰ ਦੀ ਲੋੜ ਹੈ ਕੋਈ ਸਿੱਖ ਬੇਟਾ, ਸੀਸ ਕਰੇ ਭੇਟਾ। ਤੇ ਮਹਾਰਾਜ ਦੀ ਆਵਾਜ਼ ਸੁਣ ਕੇ ਦਇਆ ਰਾਮ ਲਾਹੌਰ ਦੇ ਨਿਵਾਸੀ ਉੱਠੇ ਤੇ ਮਹਾਰਾਜ ਨੂੰ ਬੇਨਤੀ ਕੀਤੀ, ਇਹ ਸਿਰ ਵਿਖਦੀ ਹੈ ਤੂੰਬੜੀ, ਤੂੰ ਅੰਮ੍ਰਿਤ ਦੀ ਖਾਣ, ਰੀਝੇ ਜੇ ਸਿਰ ਲੀਤਿਆਂ ਲੈ ਮੇਰੇ ਸੁਲਤਾਨ। ਐ ਮੇਰੇ ਪਾਤਸ਼ਾਹ, ਜੇ ਸਿਰ ਲੈ ਕੇ ਤੂੰ ਖੁਸ਼ ਹੋਣਾ ਤੇ ਇਹ ਸਾਡੇ ਲਈ ਸੌਦਾ ਮਹਿੰਗਾ ਨਹੀਂ, ਸਿਰ ਹਾਜ਼ਰ ਹੈ। ਇਹ ਸਿਰ ਵਿਖ ਕੀ ਹੈ ਤੂੰਬੜੀ, ਤੂੰ ਅੰਮ੍ਰਿਤ ਦੀ ਖਾਣ, ਰੀਝੇ ਜੇ ਸਿਰ ਲੀਤਿਆਂ ਲੈ ਮੇਰੇ ਸੁਲਤਾਨ। ਮਹਾਰਾਜ ਸਿਰ ਹਾਜ਼ਰ ਹੈ। ਮਹਾਰਾਜ ਜੀ ਉਹਨੂੰ ਉਹ ਤੰਬੂ 'ਚ ਲੈ ਗਏ। ਫੇਰ ਬਾਹਰ ਆਏ, ਸ਼ਮਸ਼ੀਰ ਲਹਿਰਾਈ, ਕਹਿੰਦੇ ਇੱਕ ਸੀਸ ਮੇਰੀ ਤੇਗ ਨੂੰ ਹੋਰ ਚਾਹੀਦਾ ਹੈ। ਹੁਣ ਹਸਤਨਾਪੁਰ ਦਿੱਲੀ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ ਉੱਠੇ ਨੇ, ਮਹਾਰਾਜ ਦੇ ਸਾਹਮਣੇ ਆਏ। ਕਹਿੰਦੇ ਮਹਾਰਾਜ, ਸੀਸ ਜਦੋਂ ਨਿਵਾਇਆ ਭੇਟਾ ਹੋ ਗਿਆ, ਸੀਸ ਦਿੱਤਾ ਹੋਇਆ ਕੀ ਦਿਆਂ ਤੇਰਾ ਇਹ ਜਗਦੀਸ਼। ਕਹਿੰਦੇ ਮਹਾਰਾਜ ਮੈਂ ਦਿੱਤਾ ਹੋਇਆ ਕੀ ਦਿਆਂ? ਸੀਸ ਤਾਂ ਜਦੋਂ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ ਸੀ ਉਦੋਂ ਹੀ ਤੁਹਾਡਾ ਹੋ ਗਿਆ ਸੀ। ਮਹਾਰਾਜ ਅਸੀਂ ਤਾਂ ਬਾਣੀ ਪੜ੍ਹਦੇ ਆਏ ਹਾਂ, ਸਾਨੂੰ ਤਾਂ ਤਿਆਰੀ ਕਰਾਈ ਗਈ ਆ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਦੇਖੋ, ਖਾਲਸਾ ਸਾਜਨ ਦਾ ਕੰਮ ਤਿਆਰੀ ਪਹਿਲਾਂ ਹੀ ਚੱਲ ਰਹੀ ਸੀ। ਜਦੋਂ ਸਿੱਖ ਰੋਜ਼ ਪੜ੍ਹਦੇ ਸਨ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਭਾਈ ਧਰਮ ਸਿੰਘ ਜੀ ਕਹਿੰਦੇ ਮਹਾਰਾਜ ਸੀਸ ਹਾਜ਼ਰ ਹੈ। ਮਹਾਰਾਜ ਉਹਨੂੰ ਵੀ ਤੰਬੂ 'ਚ ਲੈ ਗਏ। ਫੇਰ ਬਾਹਰ ਆਏ, ਕਹਿੰਦੇ ਸਾਡੀ ਤੇਗ ਇੱਕ ਸੀਸ ਹੋਰ ਮੰਗਦੀ ਹੈ। ਤੇ ਮਹਾਰਾਜ ਜੀ ਦਾ ਇਸ ਵਾਰ ਹੁਕਮ ਸੁਣ ਕੇ ਜਗਨਨਾਥਪੁਰੀ ਦੇ ਰਹਿਣ ਵਾਲੇ ਭਾਈ ਹਿੰਮਤ ਰਾਏ ਜੀ ਆਏ। ਹਿੰਮਤ ਰਾਏ ਜੀ ਨੇ ਆ ਕੇ ਮਹਾਰਾਜ ਦੇ ਅੱਗੇ ਸੀਸ ਆਪਣਾ ਅਰਪਣ ਕੀਤਾ। ਮਹਾਰਾਜ ਜੀ ਨੂੰ ਬੇਨਤੀ ਕੀਤੀ, ਇਹ ਬਡਭਾਗੀ ਜੇ ਝੁਕੈ ਤੁਧ ਅੱਗੇ ਤਲਵਾਰ। ਮਹਾਰਾਜ ਤੇਰੀ ਤੇਗ ਅੱਗੇ ਮੇਰਾ ਸੀਸ ਝੁਕ ਜਾਵੇ, ਇਹਦੇ ਨਾਲੋਂ ਖੁਸ਼ੀ ਵਾਲੀ ਹੋਰ ਵੱਡੀ ਗੱਲ ਕਿਹੜੀ ਹੈ? ਮਹਾਰਾਜ ਉਹਨੂੰ ਵੀ ਲੈ ਗਏ ਤੰਬੂ 'ਚ। ਫੇਰ ਬਾਹਰ ਆਉਂਦੇ ਨੇ, ਇੱਕ ਸੀਸ ਹੋਰ ਚਾਹੀਦਾ। ਤੇ ਮਹਾਰਾਜ ਜੀ ਦੀ ਇਸ ਆਵਾਜ਼ ਨੂੰ ਸੁਣ ਕੇ ਭਾਈ ਮੋਹਕਮ ਚੰਦ ਜੀ ਦਵਾਰਕਾ ਦੇ ਰਹਿਣ ਵਾਲੇ ਅੱਗੇ ਆਏ, ਸੀਸ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਕੀਤਾ। ਮਹਾਰਾਜ ਜੀ ਉਹਨੂੰ ਵੀ ਤੰਬੂ 'ਚ ਲੈ ਗਏ। ਫੇਰ ਆਉਂਦੇ ਨੇ, ਫੇਰ ਆਪਣੀ ਸ਼ਮਸ਼ੀਰ ਲਹਿਰਾਉਂਦੇ, ਕਹਿੰਦੇ ਇੱਕ ਹੋਰ। ਤੇ ਭਾਈ ਸਾਹਿਬ ਚੰਦ ਜੀ
बिदर दे निवासी सन, वो उठ के आए। पंजां ने महाराज नूं अपना आपा अर्पण करता। महाराज उन्होंने जदों फिर कुछ समय बाद तंबू चों बाहर लियाउंदे ने ना, एडा सोहना बाणा, सोहने सजाए हुए सिख, ते महाराज कहंदे ये साडा खालसा, ये साडे प्यारे ने, ये साडे प्यारे ने। एक मंगल सिंह जी की कृत है, उन्होंने बाबा बुढ़ा साहब की जीवन गाथा लिखी है, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਇਤਿਹਾਸਕਾਰ ਨੇ ਬੜੇ ਸੋਹਣੀ ਕਲਮ ਉਹਨਾਂ ਦੇ ਬੋਲ ਨਿਕਲੇ। ਉਹ ਕਹਿਣ ਲੱਗੇ, ਪੰਜ ਕਕਾਰ ਸਿੰਘ ਪਹਿਰਾਏ, ਲੱਕ ਨਾਲ ਕਿਰਪਾਨ ਸੁਹਾਏ, ਤੇੜ ਕਛਹਿਰਾ ਹੱਥੀਂ ਕੜਾ, ਕੰਘਾ ਕੇਸਾਂ ਦੇ ਵਿੱਚ ਧਰਾ। ਕਹਿੰਦੇ ਮੁੱਖ ਪਰ ਚਿਹਰੇ ਤੇ ਉਹਨਾਂ ਪੰਜਾਂ ਦੇ ਜਦੋਂ ਬਾਹਰ ਆਏ ਨਾ, ਸੰਗਤ ਨੇ ਤੱਕਿਆ, ਕਹਿੰਦੇ ਮੁੱਖ ਪਰ ਅਚਰਜ ਨੂਰ ਸੁਹਾਵੈ, ਮੋਹਰ ਗੁਰਾਂ ਦੀ ਅਤ ਛੱਬ ਪਾਵੈ। ਕਹਿੰਦੇ ਉਹਨਾਂ ਦੀ ਸ਼ੋਭਾ ਬੜੀ ਕਮਾਲ ਦੀ ਸੀ। ਸ਼ੋਭਾ ਤਾਂ ਭਾਈ ਹੋਣੀ ਸੀ। ਅੱਜ ਅੰਮ੍ਰਿਤ ਵੇਲੇ ਆਪ ਜੀ ਨੇ ਵੈਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ, ਉਹਦੇ ਵਿੱਚ ਬਚਨ ਪੜ੍ਹੇ ਸੀ ਨਾ, ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਆਓ ਮਿਲ ਕੇ ਰਸਨਾ ਪਵਿੱਤਰ ਕਰੀਏ। ਪ੍ਰੀਤਮ ਚਰਣੀ ਜੋ ਲੱਗੇ, ਪ੍ਰੀਤਮ ਚਰਣੀ ਜੋ ਲੱਗੇ, ਤਿਨ ਕੀ ਨਿਰਮਲ ਸੋਏ, ਤਿਨ ਕੀ ਨਿਰਮਲ ਸੋਏ। ਸੋਏ ਦਾ ਅਰਥ ਹੈ ਸ਼ੋਭਾ, ਉਹਨਾਂ ਦੀ ਨਿਰਮਲ ਸ਼ੋਭਾ ਹੋ ਗਈ। ਪ੍ਰੀਤਮ ਦੇ ਚਰਣੀ ਲੱਗਣ ਦਾ ਭਾਵ ਹੈ ਆਪਣਾ ਆਪਾ ਗੁਰੂ ਨੂੰ ਅਰਪਣ ਕਰ ਦੇਣਾ, ਸਮਰਪਿਤ ਹੋ ਜਾਣਾ ਗੁਰੂ ਨੂੰ। कबीर मेरा मुझ में किछ नहीं, जो किछ है सो तेरा, तेरा तुझको सौंपते क्या लागा मेरा। ये जदों भावना आ गई, अपने आप को बिल्कुल जीरो कर लिया, तो फिर महाराज कहते आपस को जो जाने नीचा सोहू गनिया सब ते ऊंचा। आप बाणी पढ़ने वाले गुरमुख प्यारे बैठे हो, आप भी जरूर प्रबंधक जन संगत इस गल की मिल बैठ के जरूर विचार करते होंगे भी किहड़ा रागी जथा बुलाइए, किहड़ा प्रचारक बुलाइए, किहड़ा प्रचारक किदां दी कथा करदा है, कौन किस तरह दर्जा बदर्जा आपां निश्चित करते हैं। इदां जदों असीं प्रचारक जन इकट्ठे होंदे आ ना, तां उदों जदों असीं संगत बारे ਸਰੋਤਿਆਂ ਦੇ बारे विचार करते हैं, तो जम्मू की संगत का नाम सब तो उत्ते आउंदा है। कई विचारवानां दे कोल बैठे हाँ, ये गल उचेचे तौर पर कि संगत जो जम्मू के विच, इत्थे तो मैं पहली बार हाज़री भर रहा। सैनिक कलोनी विखे मैं 2019 में आया, तो उदों पहला असल में एक श्रोमणी गुरुद्वारा कमेटी के विच जथेदार लश्कर सिंह जी, जो कुलदीप सिंह जी वडाला, जिन्होंने करतारपुर के लांघे लिए बहुत लंबा समा अरदास की, हुण उन्हां दे सपुत्र अगे गुरप्रताप सिंह जी वडाला नकोदर के MLA साहब ने, उन्हां दे नाल एक दिन बैठिया वो ज्ञानी लश्कर सिंह जी, वो इत्थे बहुत समा पहला किते प्रचार करके गए ने, ज्ञानी लश्कर सिंह जी, शायद जो बजुर्ग विद्वान सज्जन उन्होंने जानते होण। उन्होंने कई बार कथा के दौरान, एक बार मैं नकोदर दे विखे कथा करन गया, उत्थे वार वार संगत नूं कहना पिया भी संगत जी जो फतेह बुलाई ना कोई बहुत घट बोले तो दोबारा बेनती करनी पई। तो उन्होंने मैं उत्थे जदों कहा तो मैं कहा भी ये साडे च कमी आ रही है भी आपां फतेह का जवाब फतेह च नहीं दिंदे। उन्होंने जिक्र किया, उन्होंने जम्मू का उचेचे तौर पर जिक्र किया, कहते जी मैं बहुत लंबा समा जम्मू के इलाके च बतीत किया है, तो कहन लगे भी उत्थों की संगत तो बड़े शौक के नाल फतेह बुलाउणी मिलना, तो उन्होंने कोलों जिहड़ियां चीज़ां सुनते सी इत्थे प्रतख वेख लईआं। बहुत महाराज की कृपा, सतगुरु इदां ही सदा कृपा बनाई रखे। सो जिहड़ी फतेह की गल है ना, एक शाम सिंह जी होए ने आटा मंडी वाले, जिन्हों ने 70 साल बिना नागे तो दरबार साहब कीर्तन किया है। उन्होंने कोई गुरमुख सज्जन मिलिया, वो कहता भाई साहब जी तुहाडे एक जानकार सज्जन मित्र मिले सन, उन्होंने तुहानू फतेह भेजी है। वो चुप हो गए, कुछ ना बोले। उन्होंने फिर कहा कि भाई साहब जी तुहाडे एक जानकार बड़े प्यारे सज्जन गुरमुख मिले सी, उन्होंने तुहानू फतेह भेजी है। भाई साहब फिर नहीं कुछ बोले। तो तीजी बार फिर कहा कि भाई साहब जी तुहाडे एक सज्जन मित्र, उन्होंने तुहानू फतेह भेजी है। तो हुण वो गुरमुख प्यारे अगों आखण लगे, कहंदे
गिरी आप काली फोक मैनू देई जाना। वो कहते जे फतेह भेजी है तो आख वाहिगुरू जी का खालसा वाहिगुरू जी की फतेह। आपां भी कई बार फोन ते कहने खालसा फतेह जी, गुरु फतेह जी, फतेह पूरी बुलाउणी चाहिदी है। इतिहासक ग्रंथां दे विच बोल दर्ज ने कि गुरु साहब महाराज जी ने वचन कीता सी कि जिहड़ा सिख गज वज के सब तो पहला फतेह बुलाउंदा है, कहंदे उहदे ते साडी बहुत खुशी। जिहड़ा फतेह दा जवाब गज के फतेह दा जवाब देवे उहदे ते भी साडी बहुत खुशी। जिहड़ा फतेह नूं सुन के आवाज़ ते जवाब ना देवे, फतेह ना बुलावे, कहंदे उहदे वल सारी पिठ हुंदी है। सो ये आप बड़भागे हो, बड़ी खुशी होई कि बहुत वजद विच बोलदे हो। अरदास दे विच आपां कहने आ ना, जदों अरदास हुंदी है भी ध्यान धर के बोलो जी वाहिगुरू। वो खालसे नूं कहा जांदा भी खालसा जी बोल, वो खालसा बोलते ही नहीं। पर इत्थे बड़ी बख्शिश है, कृपा है, बोलिया करिए। क्योंकि महाराज की बाणी पढ़न लग्या संगत विच बैठ के रब का नाम जपन लग्या काहदी संग। गुरु साहब मेहर करे ते गुरु का खालसा बहुत महाराज ने कृपा की। पंजां नूं सोहणे पोशाके पहनाए ते फिर महाराज ने बाटा मंगवाया, खंडा मंगवाया, बाटे विच जल पाया। माता जीतो जी ने पतासे पाउण दी सेवा निभाई, बाणियां दा जाप होया। पंज प्यारियां ने, पंज प्यारे ने, पंज ही चीज़ां ने, बाटा है, खंडा है, पानी है, बाणी है, पतासे ने। ते इन्हां चीज़ां दे साडे अंदर गुण भी होने चाहिए ने। देखो सिक्खी दी तां हर चीज़ जिहड़ी आ ना बहुत वड्डी फिलासफी ते बड़ा लंबा चौड़ा इतिहास रखदी है एक एक चीज़। जे आपां गुरु घर दे विच निशान साहब देखदे हां तो निशान साहब की जे किते महिमा ते बोलना होवे जिन्ना मर्जी आपां बोल सकते हैं, पढ़ सकते हैं। बड़ी वड्डी फिलासफी है, बड़ा वड्डा सिद्धांत है निशान साहब का, बड़ियां कुर्बानियां होईयां ने इहदे पिछे। अकड़ा प्रसाद ते इहदी किते घट महानता भाव सिੱਖੀ ਦਾ ਤਾਂ ਤੁਸੀਂ देखो ਜਿਹੜੇ भी पहलू तो वेखोगे आपां की कथा कर सकते हैं, की आपां समझा सकते हैं। महाराज ने तो जदों बाणी विच पढ़ते ना, आवो संत प्यारे हो अकथ की करें कहानी। पहला अकथ कहता भी उन्होंने आपां कथन नहीं कर सकते, पर कहते आओ आपां उन्होंने अकथ नूं कथीए, जतन करिए उन्होंने मानण दा। ਇਹਦਾ ਇਹ ਭਾਵ नहीं भी असी सब कुछ सुनाता, सब कुछ समझाता, ये कदे भी नहीं। खालसे की व्याख्या तो हो ही नहीं ना सकती। ये तो असी कुछ अर्थ, कुछ सिद्धांतक अर्थ पढ़ते हैं। बाणी विच भी खालसे दे सिद्धांतक अर्थ बहुत थावां ते मिल जाते हैं। सो सिख सखा बंध पै भाई, जे गुर के भाणे विच आवे, अपने भाणे जो चलै भाई, विछड़ चोटां खावे। इस करके गुरु साहब सच्चे पिता महाराज जी ने गुण बख्शिश किए ने कि खालसा गुणवान होवे। हुण बाटे का गुण की है, बाटे की गहराई है। असी देखते हैं उपरों मूँह खुला है, हौली हौली हेठां एक थां ते जिथों मर्जी चीज़ पाओ, विचकार जाके थल्ले इकट्ठी होवे। गहराई भाव सिख का जीवन भी गैर गंभीर, रब नूं भी बाणी च गैर गंभीर कहा ना। गहर गंभीरा गुणी गहीरा, कोई ना जाने तेरा केता केवड़। चीरा का अर्थ फैलाओ पसाओ। इस करके सिख का जीवन भी बड़ा गहराई वाला होवे, होछापन ना होवे भी निक्की जी किसी ने गल कह दी, ये कहे मैनू उन्हें एक सुनाई मैं 10 सुनावांगा, नहीं। सहारन का गुण, सहनशीलता का गुण सिख दे विच होना चाहिए। गंभीर होना चाहिए सिख, खुले हिरदे वाला। क्योंकि भलिया तू गुरु ग्रंथ साहब की बाणी च ये वचन पढ़ना है, तैनू गुरु ने बख्शिश की हुई है। फरीदा जो तै मारन मुक्कियां, तिना ना मारे घुम, आप नड़े कर जाइए पैर तिना दे चुम। तेरे अंदर निमरता सहज होवे, तेरे अंदर खुले दिल वाला होवे तू। निवण सुअखर खवण गुण, जिहबा मणिया मंत, ये त्रै भैणे वेस कर तां वस आवी कंत। तेरे अंदर ये विशाल हिरदा चाहिए, तेरे कोल तेरे गुरु का किड्डा विशाल हिरदा है, वो परमात्मा का किड्डा विशाल हिरदा है कि दोखन देखत है पर देत ना हारा है। ते महाराज जी कहते फिर उस बाटे दे अंदर महाराज ने जल पाया, पानी। ते पानी का वड्डा जिहड़ा गुण है ना, वो की है, पानी चलै निवाणनो, निर्मल शीतल शुद्ध प्राणी। ये पानी के गुण ने। पहली गल तो पानी का गुण है निमरता। देखो पानी नूं लंबे बर्तन च पा दिओ,
वो उहदे च अपने आप को एडजस्ट कर लेगा। उन्होंने चौड़े बर्तन च पा दिओ, विंगे टेढ़े बर्तन च पा दिओ, पानी ने उत्थे समाई कर लैनी है। इस करके पानी फिर की करता है, साड़ी मैल नूं भी लाउंदा है। जपजी साहिब च रोज़ पढ़ते हैं ना, भरीए हथ पैर तन दे पानी धोता है उतर सोखे। इस करके सिख का जीवन पानी वर्गा, किसी दे औगण नूं मिटा देण दी समर्था वाला। गुरु गोबिंद सिंह सच्चे पिता महाराज जी ने एक दिन बड़ी सोहनी कविता लिखी। एक सिख नूं कहा कि इनू तोशेखाने च रख दो, ये अजे अधूरी है, इनू फिर किसी दिन पूरी करांगे। वो सिख ने वो जो पढ़ी कविता जाते जाते ने, वो बड़ी उन्होंने मन नूं चंगी लगी। उन्हें आओ कविता नूं अपने पट दे उत्ते लिख लिया भी मैं इनू अपने नाम ते लिखांगा। वो कागज उन्हें खुरद-बुरद करता तो महाराज जी नूं आके कहंदा महाराज मैनू आग्या दिओ, मैनू जरूरी काम है, मैं घरे जाना। महाराज जी कहंदे असीं तेरे नाल कोई गल करनी सी। कहंदा जी हुक्म। महाराज जी कहंदे सेवा बहुत तरह की है, सिख लंगर की सेवा करदा है, होर सेवा करदा है। कहंदे इशनान कराउण दी भी सेवा है। वो सिख कहंदा जी हाँ, इशनान कराउण दी बड़ी वड्डी सेवा है। गुरु अमरदास महाराज जी ने गुरु अंगद देव जी नूं 12 साल इशनान कराया, क्योंकि अज वाग टूटियां तो उदों हुंदियां नहीं सी। पानी लियाना ढोना इकट्ठा करके किसी नूं नहाउण दा प्रबंध कर देना बड़ी वड्डी सेवा हुंदी सी। ते कहंदे जी इशनान दी तां बड़ी वड्डी सेवा। महाराज जी कहंदे ये सेवा अज साडा करन नूं चित करदा है। कहंदा जी ठीक है तुसीं करो, मैनूं आग्या दिओ, मैं जाना। ते महाराज जी कहंदे नहीं इशनान तां तैनूं ही कराउणा है। तो महाराज ने कहा भी लियाओ भी जल, गुरसिखां नूं कहा भी दही लियाओ तो मल मल के सिख नूं इशनान कराइए। तो महाराज ने चंगी तरह मल मल के नवाया। वो जिहड़ा लिखिया सी सारा मिट गया, जिहड़ी उन्हें कविता पट ते लिखी सी। तो चलो जी चला गया घर। हुण ये गल गुरु साहब ने तो उहदे ते पर्दा पाता, साडे तक किवें पहुँच गई यह गल। ਉਹ सिख ने एक कई दिनों बाद आप संगत विच इस गल नूं उन्हें अपनी गलती नूं अपनी भुल नूं प्रवान किया, मन्निया उन्हें कि मेरी आ भावना सी, पर मेरा गुरु देखो किड्डा बेअंत है कि मेरे औगण नूं उन्हें किसी के सामने नशर नहीं किया। इशनान करा के वो मैनू भी सोझी देती ते कहंदा अज मैं संगत नूं दसना चाहुंदा है कि मेरे गुरु ने मेरे ते आ बख्शिश की। मैं गुनाह किया सी पर किसी नूं पता तक नहीं लगन दिता। गुरु परदे ढकदा, सतगुरु ढाक लिया मोहे पापी पड़दा। तो सिख भी अपने गुरु ते जीवन तो ये सेध लवे। सानू तो किसी की निक्की जी किते कमजोरी पता चल जाए, असी आ रौला पाउने ने, आ करता उन्हें वो करता। बाणी च बड़ा प्यारा वचन है, बाणी दे विच बड़ा प्यारा वचन आउंदा। एक गुरमुख जन जिहड़े सहज पाठ करते हैं पढ़िया कि दिल दरवानी जो करे दरवेसी दिल रास, इश्क मुहब्बत नानका लेखा करते पास। महाराज कहन लगे तू किन्ना क प्रेम करदा है गुरु नूं, परमात्मा नूं, ओहदा लेखा रब कोल हैगा, तैनूं विखाउण दी लोड़ नहीं है, वो तो जानदा है। ते महाराज कहने दिल दरवानी, जिहड़ा चौबदार खड़ा हुंदा बाहर, आपां उहनूं कहने दरवान खलोता है। दरवान जिहड़ा दरवाजे ते खड़ा चौकीदारी करदा है, पहरेदारी करदा है। तो महाराज कहते असी की करते हैं, अस दूजियां दी पहरेदारी करते हैं भी ਉਹਦੇ ਚ आ गाउणा जी, और ਉਹਨੇ अमृत छकिया जी, अमृत छक के वो इस तरह करता है उस तरह करता है, बड़ियां गल्लां। पर महाराज कहते जे पहरेदारी करनी है अपने दिल दी कर। दिल दरवानी जो करे दरवेसी दिल रास, इश्क मुहब्बत नानका लेखा करते पास। गुरु गोबिंद सिंह सच्चे पिता महाराज जी एक फकीर महाराज दर्शन करन आया आनंदपुर की धरती ते। जदों वो आया तो उन्हें वेख्या भी सिख तो बड़ियां भटावां लैके जा रहे हैं, मैं की लैके जावां, मेरे कोल ते है ही कुछ नहीं, पल्ले बन ना तुरदे पंछी ते दरवेश, जिन्ना तकला रब दा तिना रिजक हमेश। तो उन्हें देखा भी मैं फुल तोड़ लवां, उन्हें एक फुल तोड़ लिया भी यही महाराज के चरणों च भेटा कर देंगा। तो महाराज के चरणों जो आके उन्हें नमस्कार की, फुल भेटा किया। महाराज उन्होंने थोड़ा जिहा गुस्से दे नाल कहंदे भी फकीर जी ये फुल क्यों तोड़िया। वो अगों महाराज नूं हाथ जोड़ के कहंदा महाराज जी दस्ते खाली रुसवा अस्त, दस्त कहंदे ने हथ नूं। महाराज छेवें पातशाह जी की महिमा विच भाई गुरदास जी ने जदों वचन कीते ने 5 प्याले 5 पीर, उहदे विच जिक्र आउंदा एक शब्द विच दस्तगीर होए 5 पीर।
ਦਸਤਗੀਰ, ਗੀਰ ਦਾ ਅਰਥ ਹੁੰਦਾ ਪਕੜਨਾ, ਦਸਤ ਮਣੇ ਹੱਥ। ਤੇ ਉਹ ਮਹਾਰਾਜ ਨੂੰ ਕਹਿੰਦਾ ਦਸਤੇ ਖਾਲੀ, ਵੀ ਮੇਰੇ ਹੱਥ ਜੇ ਖਾਲੀ ਹੁੰਦੇ, ਜੇ ਮੈਂ ਖਾਲੀ ਹੱਥ ਆਉਂਦਾ, ਦਸਤੇ ਖਾਲੀ ਰੁਸਵਾ ਅਸਤ, ਮਹਾਰਾਜ ਮੇਰੇ ਲਈ ਸ਼ਰਮਿੰਦਗੀ ਵਾਲੀ ਬਾਤ ਸੀ ਜੇ ਮੈਂ ਖਾਲੀ ਹੱਥ ਆਉਂਦਾ। ਤੇ ਮਹਾਰਾਜ ਉਹਨੂੰ ਕਹਿੰਦੇ ਨਹਿ ਦਸਤੇ ਖਾਲੀ ਰੁਸਵਾ ਅਸਤ, ਕਹਿੰਦੇ ਨਹੀਂ ਨਹੀਂ, ਜੇ ਤੂੰ ਖਾਲੀ ਹੱਥ ਆਉਂਦਾ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ। ਨਹਿ ਦਸਤੇ ਖਾਲੀ ਰੁਸਵਾ ਅਸਤ, ਦਿਲੇ ਖਾਲੀ ਰੁਸਵਾ ਅਸਤ। ਮਹਾਰਾਜ ਕਹਿੰਦੇ ਜਿਹਦਾ ਦਿਲ ਸ਼ਰਧਾ ਤੋਂ ਖਾਲੀ ਹੁੰਦਾ ਹੈ ਉਹਨੂੰ ਸ਼ਰਮਿੰਦਗੀ ਆਉਣੀ ਚਾਹੀਦੀ ਹੈ। ਜਦੋਂ ਗੁਰੂ ਦੇ ਦਰ ਤੇ ਆਈਏ ਸ਼ਰਧਾ ਦੇ ਨਾਲ, ਪਿਆਰ ਦੇ ਵਿੱਚ ਭਿੱਜ ਕੇ ਗੁਰੂ ਦੇ ਦਰਸ਼ਨ ਕਰੀਏ, ਕਿਉਂਕਿ ਗੁਰੂ ਨੂੰ ਕਿਸੇ ਚੀਜ਼ ਦੀ, ਧਨ ਦੌਲਤ ਦੀ ਥੋੜ੍ਹੀ ਲੋੜ ਹੈ। ਇਹ ਤਾਂ ਅਸੀਂ ਗੁਰੂ ਨੂੰ ਆਪਣੀ ਜਿਹੜੀ ਇੱਕ ਪਿਆਰ ਪ੍ਰਗਟ ਕਰਦੇ ਹਾਂ, ਇਸ ਮਾਇਆ ਦੇ ਨਾਲ ਬਹੁਤ ਸਾਰੇ ਪਰਉਪਕਾਰ ਦੇ ਕਾਰਜ ਹੁੰਦੇ ਆ, ਦਸਵੰਧ ਕੱਢਦਾ ਗੁਰਸਿੱਖ। ਪਰ ਜੇ ਅਸੀਂ ਵੇਖੀਏ ਕਿ ਇੱਕ ਨਗਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ, ਤੇ ਇੱਕ ਬੜਾ ਗਰੀਬੜਾ ਜਿਹਾ ਪਰਿਵਾਰ ਉੱਥੇ ਰਹਿੰਦਾ। ਉਹਦੀ ਪਤਨੀ ਕਹਿਣ ਲੱਗੀ ਆਪਣੇ ਪਤੀ ਨੂੰ ਕਿ ਤੂੰ ਵੀ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਿਆ। ਗੁਰੂ ਸਾਹਿਬ ਮਹਾਰਾਜ ਜੀ ਆਏ ਹੋਏ ਨੇ ਆਪਣੇ ਨਗਰ। ਉਹ ਕਹਿੰਦਾ ਭਾਗਵਾਨ ਨੇ ਤੈਨੂੰ ਕਹਿਣ ਦੀ ਲੋੜ ਨਹੀਂ ਸੀ, ਚਿੱਤ ਮੇਰਾ ਵੀ ਬਹੁਤ ਕਰਦਾ ਸੀ ਗੁਰੂ ਦੇ ਦਰਸ਼ਨਾਂ ਨੂੰ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਪਰ ਤੈਨੂੰ ਪਤਾ ਹੈ ਮੇਰੀ ਸਿਹਤ ਕਈ ਦਿਨਾਂ ਤੋਂ ਠੀਕ ਨਹੀਂ, ਦਿਹਾੜੀ ਤੇ ਜਾ ਨਹੀਂ ਸਕਿਆ, ਕੋਲ ਕੁਝ ਹੈ ਨਹੀਂ, ਭੇਟਾ ਕੀ ਕਰਾਂਗਾ ਗੁਰੂ ਦੇ ਚਰਨਾਂ ਤੇ। ਉਹ ਵੀ ਅੱਗੋਂ ਭਾਵਨਾ ਵਾਲੀ ਸੀ, ਉਹਨੇ ਗੁੜ ਦੀ ਰੋੜੀ ਲਈ ਤੇ ਉਹਦੇ ਪੱਲੇ ਨਾਲ ਬੰਨ੍ਹਤੀ, ਕਹਿੰਦੀ ਜਾ ਗੁਰੂ ਦੇ ਦਰਸ਼ਨ ਕਰਕੇ ਆ ਮਿੱਠਾ ਹੀ ਗੁਰੂ ਦੇ ਚਰਨਾਂ 'ਚ ਭੇਟਾ ਕਰ ਦੇਵੀਂ। ਤੇ ਉਹ ਜਾਂਦਾ ਹੈ। ਉਹ ਜਦੋਂ ਦਰਬਾਰ 'ਚ ਆਉਂਦਾ ਹੈ, ਉਹ ਕੋਈ ਸਿੱਖ ਬੰਦੂਕ ਲੈ ਕੇ ਆ ਰਿਹਾ ਹੈ, ਕੋਈ ਕਹਿੰਦਾ ਮੈਂ 5 ਘੋੜੇ ਭੇਟਾ ਕਰਨੇ ਨੇ, ਕੋਈ ਬਸਤਰ, ਕੋਈ ਸ਼ਸਤਰ ਭੇਟਾ ਕਰ ਰਿਹਾ ਹੈ। ਉਹ ਵਿਚਾਰਾ ਪਿਛਾਂ ਹੀ ਬੈਠ ਗਿਆ, ਦੂਰੋਂ ਹੀ ਮੱਥਾ ਟੇਕ ਲਿਆ, ਕਹਿੰਦਾ ਮੈਂ ਗੁੜ ਭੇਟਾ ਕਰਾਂਗਾ, ਸ਼ਰਮ ਜੀ ਮਹਿਸੂਸ ਕਰ ਗਿਆ। ਤੇ ਮਹਾਰਾਜ ਜੀ ਦੀਵਾਨ 'ਚ ਬੈਠੇ ਨੇ, ਸਿੱਖ ਕਹਿੰਦੇ ਮਹਾਰਾਜ ਸਮਾਂ ਹੋ ਗਿਆ ਤੇ ਤੁਸੀਂ ਸਮਾਪਤੀ ਨਹੀਂ ਕਰਦੇ। ਤੇ ਮਹਾਰਾਜ ਸੱਚੇ ਪਿਤਾ ਜੀ ਆਖਣ ਲੱਗੇ ਇੱਕ ਸਿੱਖ ਨੂੰ ਉਡੀਕ ਰਹੇ ਆ, ਉਹ ਸਾਡੇ ਵਾਸਤੇ ਬੜੀ ਪਿਆਰੀ ਭੇਟਾ ਲੈ ਕੇ ਆ ਰਿਹਾ। ਕਹਿੰਦੇ ਮਹਾਰਾਜ ਅਜੇ ਆਇਆ ਨਹੀਂ। ਸਿੱਖਾਂ ਨੇ ਸੋਚਿਆ ਵੀ ਕੋਈ ਬਹੁਤ ਵੱਡਾ ਧਨਾੜ ਵਿਅਕਤੀ ਕੋਈ ਆ ਰਿਹਾ ਹੋਣਾ ਜਿਹਦੀ ਉਡੀਕ ਹੋ ਰਹੀ ਹੈ, ਕਿਉਂਕਿ ਉਡੀਕ ਤਾਂ ਵੱਡੇ ਬੰਦਿਆਂ ਦੀ ਹੁੰਦੀ ਹੈ ਨਾ। ਉਹ ਜਿਵੇਂ ਜ਼ਿਕਰ ਕਰਦੇ ਨੇ ਨਾ, ਕਹਿਣ ਲੱਗੇ ਅਮੀਰ ਜੋ ਝੂਠੀ ਕਹੇ ਹਾਂਜੀ ਹਾਂਜੀ ਹੋਏ। ਵੀ ਜੇ ਅਮੀਰ ਤਕੜਾ ਸਮਰੱਥ ਵਿਅਕਤੀ ਕੋਈ ਗੱਲ ਕਹਿ ਦੇ, ਉਹ ਕਹਿੰਦੇ ਵਾਹ ਵਾਹ ਤੂੰ ਬੜੀ ਕਮਾਲ ਦੀ ਗੱਲ ਕੀਤੀ, ਗੱਲ ਭਾਵੇਂ ਕਿਸੇ ਕੰਮ ਦੀ ਨਾ ਹੋਵੇ, ਉਹਦੀ ਖੁਸ਼ਾਮਦ ਕੀਤੀ ਜਾਂਦੀ ਹੈ। ਤੇ ਕਹਿੰਦੇ ਜੇ ਗਰੀਬ ਬੰਦਾ ਚੰਗੀ ਸਲਾਹ ਵੀ ਦੇ ਦੇ, ਗਰੀਬ ਜੋ ਸਾਚੀ ਕਹੇ ਤਾਹੇ ਨਾ ਮਾਨੈ ਕੋਏ, ਕਹਿੰਦੇ ਉਹਦੀ ਕੋਈ ਨਹੀਂ ਸੁਣਦਾ। ਤੇ ਉਹ ਜਦੋਂ ਮਹਾਰਾਜ ਜੀ ਨੇ ਕਿਹਾ ਵੀ ਉਹ ਪਿਛਾਂ ਬੈਠਾ, ਉਹਨੂੰ ਬੁਲਾ ਕੇ ਲਿਆਓ, ਉਹਨੂੰ ਬੁਲਾ ਕੇ ਲਿਆਉਂਦੇ ਨੇ। ਉਹ ਕੰਮਦੇ ਜੇ ਹੱਥਾਂ ਨਾਲ ਆਇਆ ਮਹਾਰਾਜ ਦੇ ਕੋਲ, ਤੇ ਮਹਾਰਾਜ ਜੀ ਨੇ ਇੱਦਾਂ ਕਰਕੇ ਹੱਥ ਕਹਿੰਦੇ ਸਾਡੀ ਭੇਟਾ। ਤੇ ਉਹਨੇ ਕੰਮਦੇ ਜੇ ਹੱਥਾਂ ਨਾਲ ਉਹ ਗੁੜ ਦੀ ਨਾਲੇ ਆਲੇ ਦੁਆਲੇ ਦੇਖੇ ਵੀ ਸਿੱਖ ਕੀ ਕਹਿਣਗੇ ਵੀ ਇਹ ਨਿੱਕੀ ਜੀ ਗੁੜ ਦੀ ਰੋੜੀ ਭੇਟਾ ਕਰ ਰਿਹਾ। ਤੇ ਉਹਨੇ ਜਦੋਂ ਉਹ ਗੁੜ ਦੀ ਰੋੜੀ ਹੱਥਾਂ ਨਾਲ ਇੱਦਾਂ ਖੋਲ੍ਹ ਲਈ ਤੇ ਆਪਣੇ ਹੱਥ 'ਚ ਫੜ ਕੇ ਖੜ ਗਿਆ। ਮਹਾਰਾਜ ਨੇ ਅਗਾਂਹ ਕੀਤੇ ਹੱਥ, ਕਹਿੰਦੇ ਲਿਆ ਭਾਈ ਸਾਡੀ ਭੇਟਾ। ਤੇ ਉਹਨੇ ਮਹਾਰਾਜ ਦੇ ਹੱਥਾਂ 'ਤੇ ਰੱਖਤੀ ਗੁੜ ਦੀ ਰੋੜੀ। ਤੇ ਮਹਾਰਾਜ ਛੱਕ ਕੇ ਕਹਿੰਦੇ ਨਿਹਾਲ ਨਿਹਾਲ ਨਿਹਾਲ। ਇੱਕ ਇਹ ਘਟਨਾ ਹੁਣ ਆਪਣੀ ਸੁਰਤ ਲੈ ਕੇ ਜਾਓ, ਅਸੀਂ ਸਮਝਣਾ ਵੀ ਖਾਲਸਾ ਕੌਣ ਹੈ, ਸਿੱਖ ਕੌਣ ਹੈ, ਗੁਰੂ ਨੂੰ ਕਿਹੜਾ ਖਾਲਸਾ ਪਿਆਰਾ ਲੱਗਦਾ ਹੈ, ਕਿਹੜਾ ਸਿੱਖ ਪਿਆਰਾ ਲੱਗਦਾ ਹੈ। ਨੰਦੇੜ ਦੀ ਧਰਤੀ ਤੇ ਬਹਾਦਰ ਸ਼ਾਹ ਹੀਰਾ ਭੇਟ ਕਰਨ ਚੱਲਿਆ, ਕਹਿੰਦਾ ਮੈਂ ਅੱਜ ਹੀਰਾ ਭੇਟਾ ਕਰਾਂਗਾ। ਸਿੱਖ ਤਾਂ ਗੁਰੂ ਨੂੰ ਕੋਈ ਘੋੜਾ ਦੇ ਦਿੰਦਾ, ਕੋਈ ਬੰਦੂਕ ਦੇ ਦਿੰਦਾ, ਕੋਈ ਥੋੜ੍ਹਾ ਬਹੁਤਾ ਧਨ, ਹੀਰੇ ਥੋੜ੍ਹਾ ਕੋਈ ਭੇਟਾ ਕਰਦਾ ਸਿੱਖ। ਮੈਂ ਚੱਲਿਆ ਹੀਰਾ ਭੇਟਾ ਕਰਨ, ਅੱਜ ਮੇਰੀ ਬੱਲੇ ਬੱਲੇ ਹੋ ਜਾਣੀ ਆ, ਗੁਰੂ ਸਾਹਿਬ ਨੇ ਵੀ ਖੁਸ਼ ਹੋ ਜਾਣਾ ਵੀ ਕਮਾਲ ਕਰਤੀ ਤੂੰ ਹੀਰਾ ਭੇਟ ਕੀਤਾ। ਉਹ ਇੱਦਾਂ ਦੇ ਖਿਆਲ ਲੈ ਕੇ ਜਾ ਰਿਹਾ। ਤੇ ਜਦੋਂ ਜਾਂਦਾ ਹੈ ਤੇ ਮਹਾਰਾਜ ਨੂੰ ਕਹਿੰਦਾ ਜੀ ਮੈਂ ਆ ਹੀਰਾ ਲਿਆਇਆ। ਮਹਾਰਾਜ ਨੇ ਹੀਰੇ ਵੱਲ ਵੇਖਿਆ ਹੀ ਨਹੀਂ, ਸਿਰ ਮੂੰਹ ਹੀ ਨਹੀਂ ਕੀਤਾ ਉੱਧਰ ਨੂੰ। ਉਹਨੇ ਫਿਰ ਦੂਜੇ ਕਹਿੰਦਾ ਮਹਾਰਾਜ ਜੀ ਮੈਂ ਹੀਰਾ ਲਿਆਂਦਾ। ਮਹਾਰਾਜ ਜੀ ਨੇ ਲਿਆ ਤੇ ਗੋਦਾਵਰੀ 'ਚ ਸੁੱਟਦਾ। ਹੁਣ ਇਸ ਗੱਲ ਦੀ ਵਿਚਾਰ ਤੁਸੀਂ ਕਰੋ ਵੀ ਕਿਹੜੀ ਕੀ ਉਹਦੇ ਵਿੱਚ ਰਜਾ ਸੀ, ਕੀ ਕਾਰਨ ਸੀ ਕਿ ਸਿੱਖ ਦੀ ਗੁੜ ਦੀ ਰੋੜੀ ਉਡੀਕਦੇ ਪਏ ਨੇ, ਇੱਧਰ ਬਹਾਦਰ ਸ਼ਾਹ ਦਾ ਹੀਰਾ ਨਹੀਂ ਪ੍ਰਵਾਨ ਕਰਦੇ ਪਏ। ਇਸ ਕਰਕੇ ਗੋਬਿੰਦ ਭਾਉ ਭਗਤ ਦਾ ਭੁੱਖਾ, ਗੁਰੂ ਦਿਲ 'ਚ ਪਿਆਰ ਚਾਹੁੰਦਾ ਹੈ। ਸਿੱਖ ਦੇ ਦਿਲ 'ਚ ਗੁਰੂ ਦੇ ਲਈ ਸਤਿਕਾਰ ਹੋਵੇ, ਅਦਬ ਹੋਵੇ, ਪਿਆਰ ਹੋਵੇ,
ਤੇ ਜਦੋਂ ਫਿਰ ਪਿਆਰ ਦੇ ਨਾਲ ਸਿੱਖ ਇੱਕ ਕਦਮ ਵੀ ਗੁਰੂ ਵੱਲ ਪੁੱਟਦਾ ਨਾ, ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਆਗਾ ਹੋਏ ਲੇਤ ਹੈ। ਗੁਰੂ ਨੇ ਗੁਣਾਂ ਦੀ ਖਾਣ ਖਾਲਸਾ ਪੈਦਾ ਕੀਤਾ। ਸਿੱਖ ਨੂੰ ਆਪਣੇ ਅੰਦਰ ਗੁਣ ਧਾਰਨ ਕਰਨੇ ਚਾਹੀਦੇ ਨੇ। ਤੇ ਜਿਹੜੀ ਇਹ ਖਾਲਸੇ ਦੀ ਕਥਾ ਹੈ, ਸਿੱਖੀ ਦੀ ਕਥਾ ਹੈ, ਗੁਰੂ ਦੀ ਮਹਿਮਾ, ਸਿੱਖ ਦੀ ਮਹਿਮਾ ਜਿਹੜੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਇੱਕ ਦਿਨ ਭਾਈ ਗੁਰਦਾਸ ਜੀ ਨੂੰ ਸਿੱਖ ਕਹਿੰਦੇ, ਭਾਈ ਗੁਰਦਾਸ ਜੀ ਸਾਨੂੰ ਕੋਈ ਰੱਬ ਦੀ ਕਥਾ ਸੁਣਾਓ। ਭਾਈ ਗੁਰਦਾਸ ਜੀ ਆਏ, ਕਹਿੰਦੇ ਆ ਜਾਓ। ਉਹ ਘਾਹ ਤੁਰੇ ਜਾਂਦੇ, ਥੱਲੋਂ ਘਾਹ ਜਿਹੜਾ ਤਿੜਾਂ ਵਾਲਾ ਘਾਹ ਹੁੰਦਾ ਨਾ, ਉਹ ਘਾਹ ਦੀਆਂ ਤਿੜਾਂ ਜੀਆਂ ਪੁੱਟ ਲਈਆਂ। ਕਹਿੰਦੇ ਰੱਬ ਦੀ ਕਥਾ ਤਾਂ ਆਪਾਂ ਕਿੱਦਾਂ ਕਰ ਸਕਦੇ ਹਾਂ, ਤੁਹਾਨੂੰ ਘਾਹ ਦੀ ਕਥਾ ਸੁਣਾਉਂਦੇ ਹਾਂ। ਉਹ ਸਿੱਖ ਕਹਿੰਦੇ ਵੀ ਕਮਾਲ ਹੈ, ਅਸੀਂ ਕਿਹਾ ਵੀ ਰੱਬ ਦੀ ਕਥਾ ਸੁਣਾਓ, ਤੇ ਭਾਈ ਸਾਹਿਬ ਜੀ ਕਹਿੰਦੇ ਘਾਹ ਦੀ ਕਥਾ ਸੁਣਾਉਂਦੇ ਆ। ਭਾਈ ਸਾਹਿਬ ਜੀ ਕਹਿੰਦੇ ਕਥਾ ਤਾਂ ਘਾਹ ਦੀ ਸੁਣਾਵਾਂਗਾ, ਪਰ ਰੱਬ ਦੀ ਕਥਾ ਤੁਹਾਡੇ ਜ਼ਿਹਨ ਵਿੱਚ ਆਪੇ ਪ੍ਰਗਟ ਹੋਏਗੀ। ਤੇ ਭਾਈ ਗੁਰਦਾਸ ਜੀ ਨੇ ਫਿਰ ਕਥਾ ਸ਼ੁਰੂ ਕੀਤੀ। ਬਾਣੀ 'ਚ ਉਹਨਾਂ ਦੇ ਜ਼ਿਕਰ ਆਉਂਦਾ, ਕਹਿੰਦੇ ਲੱਤਾਂ ਹੇਠ ਲਤਾੜੀ ਹੈ, ਘਾਹ ਨਾ ਕੱਢੈ ਸਾਹ ਵਿਚਾਰਾ, ਗੋਰਸ ਦੇ ਖੜ ਖਾਏ ਕੇ ਗਾਏ ਗਰੀਬੀ ਪਰ ਉਪਕਾਰਾ, ਦੁੱਧੋਂ ਦਹੀਂ ਜਮਾਈਏ ਦਹੀਂੋਂ ਮੱਖਣ ਛਾਹ ਪਿਆਰਾ, ਘੇਤੇ ਹੋਵਨ ਹੋਮ ਜਗ ਟੰਗ ਸਵਾਰਥ ਚੱਜ ਅਚਾਰਾ। ਤੇ ਉਹਦਾ ਭਾਵ ਕੀ ਸੀ? ਭਾਈ ਗੁਰਦਾਸ ਜੀ ਕਹਿੰਦੇ ਦੇਖੋ ਆ ਘਾਹ ਲੱਤਾਂ ਹੇਠ ਲਤਾੜਿਆ ਜਾਂਦਾ, ਕਦੇ ਵਿਚਾਰੇ ਨੇ ਉੱਚੀ ਸਾਹ ਨਹੀਂ ਕੱਢਿਆ, ਪਰ ਕਹਿੰਦੇ ਇਹੀ ਘਾਹ ਵੇਖੋ ਜਦੋਂ ਗਾਂ ਇਹਨੂੰ ਖਾਂਦੀ ਹੈ ਤੇ ਇਹੀ ਘਾਹ ਕਹਿੰਦੇ ਉਹ ਦੁੱਧ ਦੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ। ਲੋਕ ਕਹਿੰਦੇ ਹੋਣਗੇ ਵੀ ਇਹ ਦੁੱਧ ਹੈ, ਮੈਨੂੰ ਤਾਂ ਭਾਈ ਗੁਰਦਾਸ ਜੀ ਕਹਿੰਦੇ ਦੁੱਧ ਦੇ ਪਿੱਛੇ ਘਾਹ ਦੀ ਕੁਰਬਾਨੀ ਨਜ਼ਰ ਆਉਂਦੀ ਹੈ। ਕਹਿੰਦੇ ਫਿਰ ਦੁੱਧੋਂ ਦਹੀਂ ਜਮਾਈਏ, ਦਹੀਂ ਬਣਦਾ ਹੈ, ਮੱਖਣ ਬਣਦਾ ਹੈ, ਫਿਰ ਘਿਓ ਬਣ ਜਾਂਦਾ ਹੈ, ਤੇ ਘਿਓ ਦੇ ਨਾਲ ਕਹਿੰਦੇ ਕਈ ਤਰ੍ਹਾਂ ਦੇ ਹਵਨ ਜੱਗ ਕੀਤੇ ਜਾਂਦੇ ਨੇ ਵੀ ਆਹ ਧਰਮ ਦਾ ਕਰਮ ਕੀਤਾ। ਕਹਿੰਦੇ ਉਹ ਧਰਮ ਦੇ ਕਰਮ ਦੀ ਤਾਂ ਵਡਿਆਈ ਹੋ ਜਾਂਦੀ ਹੈ। ਉਹ ਧਰਮ ਦਾ ਕਰਮ ਜਿਹੜਾ ਕੀਤਾ ਗਿਆ ਉਹਦੇ ਵਿੱਚ ਘਿਓ ਦੀ ਵਰਤੋਂ ਹੋਈ ਹੈ। ਘਿਓ ਕਿੱਥੋਂ ਆਇਆ? ਮੱਖਣ ਤੋਂ। ਮੱਖਣ ਕਿੱਥੋਂ ਆਇਆ? ਦੁੱਧ ਤੋਂ। ਦੁੱਧ ਕਿੱਥੋਂ ਆਇਆ? ਗਾਂ ਤੋਂ। ਗਾਂ ਨੇ ਕੀ ਖਾਧਾ? ਘਾਹ। ਭਾਈ ਗੁਰਦਾਸ ਜੀ ਕਹਿੰਦੇ ਲਓ ਕਥਾ ਤਾਂ ਘਾਹ ਦੀ ਮੁੱਕਣ 'ਚ ਨਹੀਂ ਆਉਂਦੀ, ਰੱਬ ਦੀ ਕਥਾ ਆਪਾਂ ਕਿੱਥੋਂ ਕਰ ਲਾਂਗੇ ਭਾਈ। ਪਰਮਾਤਮਾ ਨੇ ਘਾਹ ਦੇ ਅੰਦਰ ਐਡੀ ਵੱਡੀ ਸ਼ਕਤੀ ਭਰ ਦਿੱਤੀ। ਇਸ ਕਰਕੇ ਆ ਕੜਾਹ ਪ੍ਰਸ਼ਾਦ ਬਣਿਆ, ਬੜੇ ਅਦਬ ਦੇ ਨਾਲ ਅਸੀਂ ਸਤਿਕਾਰ ਨਾਲ ਹਜ਼ੂਰੀ 'ਚ ਲੈ ਕੇ ਆਉਂਦੇ ਹਾਂ, ਅਦਬ ਦੇ ਨਾਲ ਵਰਤਾਇਆ ਜਾਂਦਾ ਹੈ। ਤੇ ਇਹਦੇ ਪਿੱਛੇ ਵੀ ਜੇ ਦੇਖੀਏ ਤਾਂ ਜਿਹੜਾ ਘਿਓ ਵਰਤਿਆ ਉਹ ਘਾਹ ਦੀ ਕਿਤੇ ਨਾ ਕਿਤੇ ਕੁਰਬਾਨੀ ਤੁਰੀ ਆਉਂਦੀ ਹੈ ਨਾ। ਦੇਖੋ ਗੁਰੂ ਸਾਹਿਬ ਜੀ ਨੇ ਕਿੰਨੀ ਮਿਹਰ ਕੀਤੀ ਹੈ। ਜਦੋਂ ਆਪਾਂ ਕੜਾਹ ਪ੍ਰਸ਼ਾਦ ਵਰਤਾਉਂਦੇ ਹਾਂ ਨਾ, ਨੰਦੇੜ ਦੀ ਧਰਤੀ ਤੇ ਮਹਾਰਾਜ ਨੇ ਬਚਨ ਕੀਤਾ ਸੀ, ਕਹਿੰਦੇ ਬਈ ਗੁਰਸਿੱਖੋ ਸਾਨੂੰ ਪਤਾ ਹੈ ਵੀ ਸਾਡੇ ਪਿਤਾ ਦੀ ਤੁਸੀਂ ਕੁਰਬਾਨੀ ਨੂੰ ਨਹੀਂ ਭੁੱਲੋਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੇ ਭੁੱਲ ਗਏ ਮੈਂ ਬਰਦਾਸ਼ਤ ਕਰ ਲਵਾਂਗਾ। ਮੇਰੇ ਮਾਂ ਦੀ ਕੁਰਬਾਨੀ ਨੂੰ, ਮਾਤਾ ਗੁਜਰੀ ਦੀ ਕੁਰਬਾਨੀ ਨੂੰ ਤੁਸੀਂ ਨਹੀਂ ਭੁੱਲੋਗੇ, ਜੇ ਭੁੱਲ ਗਏ ਮੈਂ ਬਰਦਾਸ਼ਤ ਕਰ ਲਾਂਗਾ। ਮੇਰੇ ਸੁਪੁੱਤਰਾਂ ਦੀ ਕੁਰਬਾਨੀ ਨੂੰ ਤੁਸੀਂ ਨਹੀਂ ਭੁੱਲੋਗੇ, ਜੇ ਭੁੱਲ ਗਏ ਮੈਂ ਬਰਦਾਸ਼ਤ ਕਰ ਲਾਂਗਾ। ਪਰ ਜਿਹੜੀ ਕੁਰਬਾਨੀ ਮੇਰੇ ਪੰਜ ਪਿਆਰਿਆਂ ਨੇ ਕੀਤੀ ਆ ਨਾ, ਜੇ ਇਹਨੂੰ ਭੁੱਲ ਗਏ ਉਹ ਨਹੀਂ ਮੇਰੇ ਕੋਲੋਂ ਬਰਦਾਸ਼ਤ ਹੋਣੀ। ਜਿਨ੍ਹਾਂ ਨੇ ਮੇਰੇ ਇੱਕ ਬੋਲ ਤੇ ਆਪਣਾ ਸੀਸ ਅਰਪਣ ਕੀਤਾ ਤੇ ਮਹਾਰਾਜ ਕਹਿੰਦੇ ਅਸੀਂ ਪੱਕਾ ਨਿਯਮ ਦੇ ਚੱਲੇ ਹਾਂ। ਅੱਜ ਜਦੋਂ ਅਸੀਂ ਪੰਜਾਂ ਦਾ ਗੱਫਾ ਕੱਢਦੇ ਹਾਂ ਤੇ ਸਿੱਖ ਨੇ ਬੋਲਣਾ ਹੁੰਦਾ, ਪਹਿਲਾ ਗੱਫਾ ਕੱਢਿਆ ਤੇ ਕਹਿਣਾ ਹੁੰਦਾ ਨਾਲ ਮੂੰਹ ਦੇ ਵਿੱਚ ਧੰਨ ਧੰਨ ਭਾਈ ਦਇਆ ਸਿੰਘ ਜੀ। ਦੂਜਾ ਗੱਫਾ ਕੱਢਿਆ ਬੋਲਣਾ ਹੁੰਦਾ ਧੰਨ ਧੰਨ ਭਾਈ ਧਰਮ ਸਿੰਘ ਜੀ। ਤੀਜਾ ਗੱਫਾ ਕੱਢਿਆ ਉਹਨੇ ਮਨ 'ਚ ਯਾਦ ਕਰਨਾ ਹੁੰਦਾ ਧੰਨ ਧੰਨ ਭਾਈ ਹਿੰਮਤ ਸਿੰਘ ਜੀ। ਚੌਥਾ ਗੱਫਾ ਕੱਢਿਆ ਉਹਨੇ ਯਾਦ ਕਰਨਾ ਹੁੰਦਾ ਧੰਨ ਧੰਨ ਭਾਈ ਮੋਹਕਮ ਸਿੰਘ ਜੀ। ਪੰਜਵਾਂ ਗੱਫਾ ਕੱਢਿਆ ਤੇ ਉਹਨੂੰ ਬੋਲਣਾ ਪੈਂਦਾ ਧੰਨ ਧੰਨ ਭਾਈ ਸਾਹਿਬ ਸਿੰਘ ਜੀ। ਇਹ ਗੁਰੂ ਦੀ ਆਪਣੇ ਸਿੱਖਾਂ ਨੂੰ ਦਿੱਤੀ ਦਾਤ ਹੈ। ਗੁਰੂ ਆਪਣੇ ਸਿੱਖਾਂ ਨੂੰ ਮਾਣ ਬਖਸ਼ਦਾ ਹੈ। ਆਪ ਜੀ ਨੇ ਪੰਕਤੀਆਂ ਪੜ੍ਹੀਆਂ ਸੰਗਤੀ ਰੂਪ ਦੇ ਵਿੱਚ ਕਿ ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਇੱਕ ਬਾਣੀ ਦਾ ਵਚਨ ਸਾਂਝਾ ਕਰਕੇ ਆਪਾਂ ਸਮਾਪਤੀ ਕਰਦੇ ਹਾਂ, ਸਮਾਂ ਹੋ ਚੁੱਕਾ ਹੈ। ਬਾਣੀ ਦੇ ਵਿੱਚ ਬੜਾ ਪਿਆਰਾ ਵਚਨ ਆਉਂਦਾ ਹੈ, ਕੁਦਰਤ ਇਹ ਵੇਖਾਲੀਅਨ। ਜਿਹੜੇ ਗੁਰਮੁਖ ਪਿਆਰੇ ਸਹਿਜ ਪਾਠ ਕਰਦੇ ਨੇ ਉਹ ਪੜ੍ਹਦੇ ਨੇ, ਕੁਦਰਤ ਇਹ ਵੇਖਾਲੀਅਨ ਜਿਣ ਐਵਡ ਪਿੰਡ ਠਿਣ ਕਿਉਨ, ਲਹਿਣੇ ਤਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ। ਉਹਦੇ ਵਿੱਚ ਕੀ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਨੂੰ ਠਣਕਾਇਆ। ਜਦੋਂ ਆਪਾਂ ਘੜਾ ਖਰੀਦਦੇ ਹਾਂ ਆਪਾਂ ਖੜਕਾ ਕੇ ਦੇਨੇ ਆ ਨਾ ਵੀ ਇਹ ਕੱਚਾ ਕਿ ਪੱਕਾ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦੀ ਬੜੀ ਪਰਖ ਕੀਤੀ। ਜਦੋਂ ਉਹ ਪਰਖ ਦੇ ਵਿੱਚੋਂ ਪੂਰੇ ਉਤਰਦੇ ਨੇ
ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ, ਲਹਿਣਾ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ। ਛਿਕਿਓਨ ਦਾ ਅਰਥ ਹੁੰਦਾ ਖਿੱਚਣਾ। ਕਿਆੜਾ, ਕਿਆੜਾ ਸ਼ਬਦ ਗਿੱਚੀ ਨੂੰ ਕਹਿੰਦੇ ਨੇ। ਜਦੋਂ ਆਪਾਂ ਟੀਕਾਕਾਰਾਂ ਦੇ ਅਰਥ ਪੜ੍ਹਾਂਗੇ ਉਹਨਾਂ ਨੇ ਕੀਤੇ ਨੇ ਅਰਥ। ਕਿਆੜਾ, ਕਿਆੜਾ ਦਾ ਅਰਥ ਹੈ ਗਿੱਚੀ ਸਾਡੀ ਆ ਪਿੱਛੋਂ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਦੀ ਗਿੱਚੀ ਨੂੰ ਫੜ ਕੇ ਖਿੱਚਿਆ ਤੇ ਉਹ ਅਸਮਾਨ ਦੇ ਨਾਲ ਇੰਨਾ ਉੱਚਾ ਕਰ ਦਿੱਤਾ। ਜਿਹੜੇ ਬਹੁਤ ਸਾਰੇ ਆਪ ਦੇ ਵਿੱਚੋਂ ਕਵਿਤਾ ਦੀ ਸੋਝੀ ਰੱਖਣ ਵਾਲੇ ਗੁਰਮੁਖ ਪਿਆਰੇ ਬੈਠੇ ਹੋਣਗੇ, ਇੱਕ ਅਤ ਕਥਨੀ ਅਲੰਕਾਰ ਹੁੰਦਾ ਕਿਸੇ ਗੱਲ ਦੀ ਮਹਾਨਤਾ ਵਡਿਆਈ ਪ੍ਰਗਟ ਕਰਨ ਵਾਸਤੇ। ਇੱਥੇ ਇਹ ਅਤ ਕਥਨੀ ਅਲੰਕਾਰ ਕਰਕੇ ਦੱਸਿਆ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦਾ ਸੀ ਸਭ ਜਗ ਉੱਪਰ ਵਿੱਚ ਨਿਰਮਲ ਸੋਏ। ਅੱਜ ਅਸੀਂ ਇਹ ਖਾਲਸਾ ਪ੍ਰਗਟ ਦਿਵਸ ਮਨਾ ਰਹੇ ਹਾਂ। ਇਹਦੇ ਪਿੱਛੇ ਉਹਨਾਂ ਸਾਰਿਆਂ ਉਹਨਾਂ ਪੰਜਾਂ ਦੀ ਕੁਰਬਾਨੀ। ਇਹ ਤਾਂ ਮਹਾਰਾਜ ਨੇ ਸੀਸ ਮੰਗੇ ਹੀ ਪੰਜ ਸਨ, ਜੇ ਹੋਰ ਮੰਗਦੇ ਕਿਹੜਾ ਉੱਥੇ ਕਿਸੇ ਨੇ ਨਾ ਕਰਨੀ ਸੀ। ਇਹ ਤਾਂ ਮਹਾਰਾਜ ਨੇ ਮੰਗੇ ਹੀ ਪੰਜ ਸਨ। ਇਹ ਉਹਨਾਂ ਨੇ ਇੱਕ ਕੌਤਕ ਮਹਾਰਾਜ ਨੇ ਰਚਾਉਣਾ ਸੀ। ਤੇ ਇਹ ਸਤਿਗੁਰੂ ਮਹਾਰਾਜ ਜੀ ਨੇ ਐਸਾ ਖਾਲਸਾ ਸਾਜਿਆ। ਅੰਮ੍ਰਿਤ ਦੀ ਸ਼ਕਤੀ ਫਰਕਸ਼ੀਅਰ ਨੇ ਸਿੱਖਾਂ ਨੂੰ ਕਿਹਾ ਸੀ ਨਾ, ਕਹਿੰਦੇ ਤੁਸੀਂ ਬੜੇ ਵੱਡੇ ਸਿੱਖ ਬਣੇ ਫਿਰਦੇ ਹੋ, ਕਹਿੰਦੇ ਹੋ ਵੀ ਸਾਡੇ ਗੁਰੂ ਨੇ ਸਾਨੂੰ ਅੰਮ੍ਰਿਤ ਛਕਾਇਆ ਹੈ, ਤੇ ਆਖਣ ਲੱਗੇ ਦਿਖਾਓ ਕੀ ਅੰਮ੍ਰਿਤ ਦੀ ਸ਼ਕਤੀ ਹੈ। ਤੇ ਸਿੱਖਾਂ ਨੂੰ ਹੱਥ ਕੜੀਆਂ ਬੇੜੀਆਂ ਪਾਈਆਂ। ਕਦੋਂ ਦੇ ਆ ਗੁਰਦਾਸ ਨੰਗਲ ਦੀ ਗੜੀ 'ਚੋਂ ਫੜ ਕੇ ਲਗਾਏ, ਭੁੱਖਣ ਭਾਣੇ, ਬਹੁਤ ਤਸੱਦਦ ਕੀਤਾ ਸੀ। ਹੱਡੀਆਂ ਦੀ ਮੁੱਠ ਪਿੰਜਰ ਬਣਿਆ ਪਿਆ ਸੀ ਸਰੀਰ ਸਿੱਖਾਂ ਦਾ। ਤੇ ਫਰਕਸ਼ੀਅਰ ਸਰਾਣੇ ਖੜ ਕੇ ਕਹਿੰਦਾ ਕਿੱਥੇ ਆ ਤੁਹਾਡੇ ਅੰਮ੍ਰਿਤ ਦੀ ਸ਼ਕਤੀ। ਬਾਜ ਸਿੰਘ ਜੀ ਇੱਕ ਗੁਰਮੁਖ ਪਿਆਰੇ ਹੋਏ ਨੇ, ਬਾਜ ਸਿੰਘ ਜੀ। ਬਾਜ ਸਿੰਘ ਜੀ ਕਹਿੰਦੇ ਵੀ ਤੂੰ ਦੇਖ ਪੈਰਾਂ 'ਚ ਸਾਡੇ ਬੇੜੀਆਂ ਪਾਈਆਂ, ਹੱਥਾਂ 'ਚ ਹੱਥ ਕੜੀਆਂ, ਤੇ ਜੇ ਅੰਮ੍ਰਿਤ ਦੀ ਸ਼ਕਤੀ ਵੇਖਣੀ ਹੈ ਤੂੰ ਤਾਂ ਹੱਥ ਕੜੀਆਂ ਖੋਲ੍ਹ ਕੇ ਵੇਖ। ਤੇ ਫਰਕਸ਼ੀਅਰ ਹੰਕਾਰ 'ਚ ਆ ਗਿਆ। ਉਹ ਕਹਿੰਦਾ ਵੀ ਹੱਡੀਆਂ ਦੀ ਮੁੱਠ ਬਣਿਆ ਪਿਆ ਬਾਜ ਸਿੰਘ, ਇਹਦੇ ਪਿੰਜਰ ਦਿਸਦਾ ਪਿਆ, ਮਾਸ ਢਲਕਿਆ ਪਿਆ, ਭੁੱਖਾ ਧਿਆਇਆ, ਥੱਕੇ ਟੁੱਟੇ, ਕੁੱਟ-ਕੁੱਟ ਕੇ ਥਾਂ ਥਾਂ ਤੋਂ ਲਹੂ ਕੱਢਿਆ ਪਿਆ, ਇਹ ਕੀ ਕਰ ਲੇਗਾ। ਉਹਨੇ ਹੰਕਾਰ 'ਚ ਇੱਕ ਸਿਪਾਹੀ ਨੂੰ ਇਸ਼ਾਰਾ ਕੀਤਾ, ਕਹਿੰਦਾ ਖੋਲ੍ਹ ਦੇ ਦੀਆਂ ਹੱਥ ਕੜੀਆਂ। ਉਹ ਜਿਹੜਾ ਸਿਪਾਹੀ ਹੱਥ ਕੜੀਆਂ ਖੋਲ੍ਹਣ ਗਿਆ ਬਾਜ ਸਿੰਘ ਦੀਆਂ, ਬਾਜ ਸਿੰਘ ਨੇ ਉਹਦੀ ਤੇਗ ਖੂਹ ਕੇ ਨਾ ਪਹਿਲਾਂ ਤਾਂ ਉਹਨੂੰ ਝਟਕਾਇਆ, 5-7 ਹੋਰ ਝਟਕਾ ਤੇ ਸਿਪਾਹੀ, ਤੇ ਬੜੀ ਮੁਸ਼ਕਲ ਉਹਨੂੰ ਕਾਬੂ ਕੀਤਾ। ਕਹਿੰਦਾ ਵੇਖਣਾ ਅੰਮ੍ਰਿਤ ਦੀ ਸ਼ਕਤੀ। ਸੋ ਇਸ ਕਰਕੇ ਸਿੱਖ ਬਾਹਰੀ ਤੌਰ 'ਤੇ ਵੀ ਅੰਮ੍ਰਿਤ ਦੀ ਸ਼ਕਤੀ ਦਾ ਪ੍ਰਗਟਾਵਾ ਕਰਦਾ ਹੈ। ਸਿੱਖ ਆਤਮਿਕ ਤੌਰ 'ਤੇ ਵੀ ਬਹੁਤ ਮਜ਼ਬੂਤ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਸਿੱਖ ਦੀ ਕਰਨੀ ਹੈ। ਤੇ ਜਿਹੜਾ ਇਸ ਤਰ੍ਹਾਂ ਦੀ ਕਰਨੀ ਕਰਦਾ ਹੈ, ਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਕੀਏ ਜਦ ਬਚਨ ਸਤਿਗੁਰ ਕਾਰਨ ਕਰਨ। ਤੇ ਉਹ ਮਹਾਰਾਜ ਨੇ ਜਿਹੜੇ ਬਚਨ ਕੀਤੇ ਸਨ ਨਾ ਵੀ ਮਾਨੇਗਾ ਹੁਕਮ ਸੋ ਤੋ ਹੋਵੇਗਾ ਨਿਹਾਲ। ਤੇ ਇਸ ਕਰਕੇ ਸਿੱਖ ਨੇ ਗੁਰੂ ਦਾ ਹੁਕਮ ਮੰਨਣਾ ਹੈ। ਹੁਕਮ ਇਹੀ ਹੈ ਕਿ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਸਤਿਗੁਰੂ ਰਹਿਮਤ ਕਰੇ, ਸਭਨਾਂ ਨੂੰ ਆਪਣੇ ਦਰੋਂ ਕਰੋ ਅੰਮ੍ਰਿਤ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰੇ। ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਹ ਵਧਾਈ ਦੇ ਪਾਤਰ ਨੇ, ਨਿਤਨੇਮ ਜੋ ਕਰਦੇ ਨੇ ਵਧਾਈ ਦੇ ਪਾਤਰ ਨੇ। ਹੋਰ ਵੀ ਬਾਣੀ ਸਾਨੂੰ ਪੜ੍ਹਨ ਦੀ ਲੋੜ ਹੈ। ਸਹਿਜ ਪਾਠ ਹਰ ਸਿੱਖ ਕਰੇ, ਹਰ ਸਿੱਖ ਦੇ ਕੋਲੇ ਹਰ ਗੱਲ ਦਾ ਜਵਾਬ ਹੋਵੇ। ਅੱਜ ਨਾ ਦੇਖੋ ਅੰਮ੍ਰਿਤ ਕਿਉਂ ਛਕਣਾ ਹੈ, ਧਰਮ ਕਿਉਂ ਜ਼ਰੂਰੀ ਹੈ, ਕੇਸ ਰੱਖਣੇ ਕਿਉਂ ਜ਼ਰੂਰੀ ਹੈ, ਮਨ ਸੁੱਚਾ ਹੋਣਾ ਚਾਹੀਦਾ, ਇੱਦਾਂ ਦੇ ਸਵਾਲ ਬੜੇ ਉੱਠਦੇ ਨੇ ਅੱਜ। ਤੇ ਅਸੀਂ ਕਹਿ ਦਿੰਦੇ ਨਹੀਂ ਨਹੀਂ ਗੁਰੂ ਦਾ ਹੁਕਮ ਹੈ। ਅਸੀਂ ਉਹਦਾ ਜਦੋਂ ਤੱਕ ਸਹੀ ਉੱਤਰ ਨਹੀਂ ਨਾ ਦਿਆਂਗੇ ਤੇ ਉਹ ਸਾਡੇ ਨੌਜਵਾਨਾਂ 'ਤੇ ਸਵਾਲ ਬੋਝ ਬਣ ਜਾਂਦੇ ਨੇ। ਉਹ ਮੈਂ ਨਿੱਕੀ ਜੀ ਗੱਲ ਗੁਸਤਾਖੀ ਕਰਨ ਲੱਗਾ ਸਮੇਂ ਤੋਂ, ਇੱਕ ਨਾ ਮਾਈ ਉਹ ਰੂੰ ਕੱਤਦੀ ਹੈ
ਚਰਖਾ ਕੱਤ ਕੇ ਉਹਦਾ ਇਹੀ ਉਹਦੀ ਕਿਰਤ ਸੀ। ਸੂਤ ਉਹਨੇ ਕਿਸੇ ਨੇ ਕਹਿਣਾ ਵੀ ਸਾਨੂੰ ਆ ਇੰਨਾ ਸੂਤ ਕੱਤ ਦੇ, ਤੇ ਉਹਨੇ ਕੀ ਦੇਖਿਆ ਕਿ ਨਾ ਗੱਡੀਆਂ ਭਰੀਆਂ ਜਾਂਦੀਆਂ ਰੂੰ ਦੀਆਂ, ਊਠ ਜਿਹੜੇ ਲੱਦੇ ਹੋਏ ਗੱਡੀਆਂ ਨਾਲ ਭਰੇ ਜਾ ਰਹੇ, ਬੜਾ ਵੱਡਾ ਕਾਫਲਾ। ਉਹ ਜਦੋਂ ਇੰਨੀ ਰੂੰ ਵਹਿੰਦੀ ਆ, ਉਹ ਉਹਦੇ ਮਨ 'ਚ ਸਵਾਲ, ਕਹਿੰਦੀ ਹਾਏ ਇੰਨੀ ਰੂੰ ਕੌਣ ਕਿਵੇਂ ਕੱਤੇਗਾ। ਉਹ ਉਹਦੇ ਦਿਮਾਗ 'ਤੇ ਐਸਾ ਬੋਝ ਪਿਆ, ਬੇਹੋਸ਼ ਹੋ ਕੇ ਡਿੱਗ ਪਈ। ਤੇ ਉਹ ਵੈਦ ਹਕੀਮ ਬੁਲਾਏ ਗਏ, ਤੇ ਉਹ ਵੈਦਾਂ ਹਕੀਮਾਂ ਨੂੰ ਬੁਲਾਇਆ। ਕਹਿੰਦੇ ਵੇਖੋ, ਉਹ ਸਿਆਣਾ ਵੈਦ ਸੀ, ਉਹ ਕਹਿੰਦਾ ਵੀ ਇਹ ਮੈਨੂੰ ਦੱਸੋ ਸਾਰੀ ਘਟਨਾ ਵੀ ਕਿਵੇਂ। ਉਹ ਕਹਿੰਦੇ ਵੀ ਇਹ ਤਾਂ ਇੱਥੇ ਚਰਖਾ ਕੱਤੀ ਜਾਂਦੀ ਸੀ, ਤੇ ਉੱਠ ਕੇ ਇਹਨੇ ਦੇਖਿਆ ਵੀ ਕਿੰਨੇ ਰੂੰ ਦੇ ਗੱਡੀਆਂ ਭਰੀਆਂ ਜਾਂਦੀਆਂ ਸੀ, ਊਠ ਗੱਡੀਆਂ। ਤੇ ਉਹ ਵੇਖਦੀ ਤੇ ਵੇਖਦੀ ਇਹ ਡਿੱਗ ਪਈ। ਤੇ ਉਹ ਵੈਦ ਸਮਝ ਗਿਆ, ਤੇ ਉਹ ਕਹਿੰਦਾ ਵੀ ਇਹਦੇ ਕੋਲੇ ਨਾ ਇਹ ਰੌਲਾ ਪਾਓ ਵੀ ਉਹ ਜਿਹੜੀ ਰੂੰ ਦੀਆਂ ਗੱਡੀਆਂ ਭਰੀਆਂ ਜਾਂਦੀਆਂ ਸਨ, ਉਹਨੂੰ ਅੱਗ ਲੱਗ ਗਈ, ਸਾਰੀ ਰੂੰ ਸੜ ਗਈ। ਉਹ ਜਦੋਂ ਉਹਦੇ ਕੰਨ 'ਚ ਇਹ ਕਿਹਾ ਗਿਆ ਨਾ ਮਾਈ ਦੇ ਵੀ ਸਾਰੀ ਰੂਹ ਸੜ ਗਈ, ਉਹਨੂੰ ਹੋਸ਼ ਆ ਗਈ, ਉਹਦਾ ਉਹ ਸਵਾਲ ਹੱਲ ਹੋ ਗਿਆ ਨਾ ਉਹਦਾ। ਸੋ ਇਸ ਕਰਕੇ ਸਾਡੇ ਨੌਜਵਾਨ ਕੀ ਕਦੋਂ ਕਿਵੇਂ ਇਹਨਾਂ ਚੀਜ਼ਾਂ 'ਚ ਜਦੋਂ ਪੈ ਜਾਂਦੇ ਨੇ, ਉਹ ਕਈ ਵਾਰ ਫਿਰ ਧਰਮ ਤੋਂ ਦੂਰੀ ਬਣਾ ਲੈਂਦੇ ਨੇ। ਤੇ ਸਾਨੂੰ ਇਸ ਤਰ੍ਹਾਂ ਦੇ ਦੀਵਾਨ, ਸੈਮੀਨਾਰ, ਬੜੇ ਵਿਦਵਾਨ ਬੁੱਧੀਜੀਵੀਆਂ ਨੂੰ ਬੁਲਾ ਕੇ ਜਿੰਨੇ ਵੀ ਨੌਜਵਾਨਾਂ ਦੇ ਸਵਾਲ ਨੇ, ਸਗੋਂ ਆਪ ਪੁੱਛ ਕੇ ਉਹਨਾਂ ਦੇ ਜਵਾਬ ਦਿੱਤੇ ਜਾਣ। ਸੋ ਗੁਰੂ ਸਾਹਿਬ ਕਿਰਪਾ ਕਰੇ ਅਸੀਂ ਇਹ ਸਿੱਖੀ ਦੀ ਸੇਵਾ ਨਿਭਾ ਸਕੀਏ। ਹੋਈਆਂ ਬਹੁਤ ਸਾਰੀਆਂ ਭੁੱਲਾਂ ਖਿਮਾ ਕਰਨੀਆਂ। ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ। ਬੜੀ ਰੂਹ ਖੁਸ਼ ਹੋਈ, ਐਡਾ ਸੋਹਣਾ ਸਥਾਨ ਵੇਖ ਕੇ। ਪਹਿਲੀ ਵਾਰ ਇਸ ਸਥਾਨ ਦੇ ਦਰਸ਼ਨ ਹੋਏ। ਸਾਰੀ ਸਮੁੱਚੀ ਕਮੇਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਾਏ, ਸਮਾਂ ਬਖਸ਼ਿਆ। ਸਾਰੇ ਆਪਾਂ ਮਿਲ ਕੇ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰੀਏ, ਜਿਨ੍ਹਾਂ ਨੇ ਸਾਨੂੰ ਆਪਣੀ ਗੋਦ 'ਚ ਬਿਠਾ ਕੇ ਗੁਰੂ ਕੀਆਂ ਬਾਤਾਂ ਕਰਨ ਦਾ ਇਹ ਸੁਭਾਗਾ ਸਮਾਂ ਬਖਸ਼ਿਆ। ਬਹੁਤ ਸਾਰੀਆਂ ਹੋ ਗਈਆਂ ਭੁੱਲਾਂ, ਕੋਈ ਬਾਣੀ ਦੀ ਪੰਕਤੀ ਗਲਤ ਉਚਾਰਨ ਹੋ ਜਾਂਦੀ, ਬਹੁਤ ਸਾਰੀ ਬਾਣੀ ਅਗਾਧ ਬੋਧ ਹੈ, ਖਿਮਾ ਕਰ ਦੇਣਾ, ਅਸੀਸ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ